ਕਣਕ ਦੇ ਗੰਨੇ ਦੇ ਵਿੱਚ ਖਾਸ ਕਰਕੇ ਆਪਾਂ ਜੇ ਗੱਲ ਕਰੀਏ ਚੂਹਿਆਂ ਦੀ ਕਾਫੀ ਸਮੱਸਿਆ ਆਉਂਦੀ ਹੈ। ਚੂਹਿਆਂ ਦੀ ਸਮੱਸਿਆ ਦੀ ਰੋਕਥਾਮ ਦੇ ਲਈ ਸਾਨੂੰ ਕੀ ਕੁਛ ਵਿਉਂਤਬੰਦੀਆਂ ਕਰਨੀਆਂ ਪੈਣੀਆਂ ਅਤੇ ਕਿਵੇਂ ਕਰਨੀਆਂ, ਅਤੇ ਉਹਦੇ ਬਾਬਤ ਅਸੀਂ ਨਿਯੋਤਾ ਦਿੱਤਾ ਸੀਗਾ ਖਾਸ ਕਰਕੇ ਤੁਹਾਡੇ ਨਾਲ ਰੂਬਰੂ ਹੋਣ ਦੇ ਲਈ ਹੈਡ ਡਿਪਾਰਟਮੈਂਟ ਜੂਲੌਜੀ ਡਾਕਟਰ ਨੀਨਾ ਗੁਪਤਾ ਜੀ, ਨੀਨਾ ਸਿੰਗਲਾ ਜੀ। ਮੈਡਮ ਪਹਿਲਾਂ ਤਾਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ, ਕਿਉਂਕਿ ਬੜਾ ਮਹੱਤਵਪੂਰਨ ਵਿਸ਼ਾ ਹੈ ਅਤੇ ਤਾਂ ਅਸੀਂ ਚਾਹੁੰਦੇ ਸੀਗੇ ਸਾਡੇ ਫੇਸਬੁੱਕ ਪੇਜ 'ਤੇ YouTube ਚੈਨਲ 'ਤੇ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਡੇ ਵੱਲੋਂ ਵੀ ਜਿਹੜੇ ਸਾਡੀਆਂ ਸਿਫਾਰਿਸ਼ਾਂ ਨੇ ਉਹਨਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇ। ਮੈਡਮ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਪਹਿਲਾਂ ਤਾਂ ਵੀ ਹਾਂ, ਇਹ ਚੂਹਿਆਂ ਦੀ ਸਮੱਸਿਆ ਨੋ ਡਾਊਟ ਖੇਤਾਂ 'ਚ ਕਾਫੀ ਸਮੱਸਿਆ ਆਉਂਦੀ ਹੈ। ਇਹ ਚੂਹਿਆਂ ਦੀ ਸਮੱਸਿਆ ਖਾਸ ਕਰ ਇਸ ਸੀਜ਼ਨ ਦੇ ਵਿੱਚ ਇਹ ਕਿੰਨਾ ਕੁ ਨੁਕਸਾਨ ਕਰ ਸਕਦੀ ਹੈ ਜੀ ਜੇ ਇਹਨਾਂ ਨੂੰ ਕਾਬੂ ਨਾ ਕੀਤਾ ਜਾਏ? ਉੱਥੋਂ ਸ਼ੁਰੂਆਤ ਕਰਦੇ ਅੱਗੇ ਚੱਲਦੇ ਫਿਰ। ਠੀਕ ਹੈ। ਦੇਖੋ ਹੁਣ ਹਾੜੀ ਦੀਆਂ ਫਸਲਾਂ ਦਾ ਟਾਈਮ ਹੈ ਜੀ, ਤੇ ਹਾੜੀ ਦੀਆਂ ਦੋ ਮੁੱਖ ਫਸਲਾਂ ਨੇ, ਜਿਵੇਂ ਕਿ ਕਣਕ ਤੇ ਇੱਕ ਕਮਾਦ ਜੀ। ਤੇ ਜੇਕਰ ਅਸੀਂ ਕਣਕ ਦੀ ਫਸਲ ਪਹਿਲਾਂ ਵੇਖੀਏ, ਕਣਕ ਦੀ ਫਸਲ ਵਿੱਚ ਚੂਹੇ ਜਿਹੜੇ ਨੇ ਉਹ ਤਕਰੀਬਨ ਇੱਕ ਤਾਂ ਕਣਕ ਉੱਗਣ ਵੇਲੇ ਤੇ ਇੱਕ ਕਣਕ ਪੱਕਣ ਵੇਲੇ ਦੋ ਟਾਈਮ ਦੇ ਉੱਤੇ ਨੁਕਸਾਨ ਕਰਦੇ ਨੇ ਜੀ। ਤੇ ਇਹ ਨੁਕਸਾਨ ਜੇ ਅਸੀਂ ਔਸਤਨ ਦੇਖੀਏ ਤਾਂ ਤਕਰੀਬਨ 2 ਤੋਂ ਲੈ ਕੇ 15% ਤੱਕ ਫਸਲ ਦਾ ਨੁਕਸਾਨ ਜਿਹੜੇ ਨੇ ਉਹ ਚੂਹੇ ਕਰ ਦਿੰਦੇ ਨੇ। ਜੀ ਜੀ, ਠੀਕ ਹੈ। ਤੇ ਇਹ ਡਿਪੈਂਡ ਕਰਦਾ ਨੇ ਕਿ ਫਸਲ ਜਿਹੜੀ ਅਸੀਂ ਬੀਜੀ ਹੈ ਉਹਦੇ ਆਲੇ ਦੁਆਲੇ ਕਿਹੜੀਆਂ ਫਸਲਾਂ ਨੇ, ਉੱਥੇ ਚੂਹਿਆਂ ਦੀ ਜਨਸੰਖਿਆ ਕਿੰਨੀ ਹੈ, ਤੇ ਉਹਦੇ ਤੇ ਡਿਪੈਂਡ ਕਰਦਾ ਕਿੱਥੇ ਨੁਕਸਾਨ ਘੱਟ ਵੀ ਹੁੰਦਾ ਤੇ ਕਿਸੇ ਜਗ੍ਹਾ ਦੇ ਉੱਤੇ ਵੱਧ ਨੁਕਸਾਨ ਵੀ ਹੋ ਜਾਂਦਾ ਜੀ। ਤੇ ਜੇਕਰ ਦੂਜੀ ਫਸਲ ਦੇਖੀਏ ਕਮਾਦ ਦੀ ਜਿਹੜੀ ਫਸਲ ਹੈ, ਕਿਉਂਕਿ ਇੱਕ ਸਾਲਾਨਾ ਫਸਲ ਹੈ, ਇਹ ਸਾਰਾ ਸਾਲ ਰਹਿੰਦੀ ਆ, ਤੇ ਚੂਹੇ ਜਿਹੜੇ ਨੇ ਆਪਣੀਆਂ ਪੱਕੀਆਂ ਖੱਡਾਂ ਬਣਾ ਕੇ ਇਸ ਫਸਲ ਦੇ ਵਿੱਚ ਰਹਿੰਦੇ ਨੇ ਤੇ ਉੱਥੋਂ ਹੀ ਆਲੇ ਦੁਆਲੇ ਦੀਆਂ ਫਸਲਾਂ ਵਿੱਚ ਜਾ ਕੇ ਨੁਕਸਾਨ ਕਰਦੇ ਨੇ। ਅੱਛਾ, ਉੱਥੇ ਨੁਕਸਾਨ ਦੇ ਚਾਂਸ ਜ਼ਿਆਦਾ? ਹਾਂਜੀ, ਆਲੇ ਦੁਆਲੇ ਦੀਆਂ ਫਸਲਾਂ 'ਚ ਜੇ ਉਹ ਕਮਾਦ ਦੇ ਨਾਲ ਲੱਗੀਆਂ ਹੋਣ ਉੱਥੇ ਜ਼ਿਆਦਾ ਨੁਕਸਾਨ ਹੁੰਦਾ। ਤੇ ਕਮਾਦ ਦੇ ਵਿੱਚ ਤਾਂ ਨੁਕਸਾਨ ਕਰਦੇ ਨੇ। ਜਦੋਂ ਕਮਾਦ ਦੇ ਵਿੱਚ ਤੁਸੀਂ ਦੇਖੋ ਗੰਨਿਆਂ 'ਚ ਮਿੱਠਾ ਪੈਣਾ ਸ਼ੁਰੂ ਹੋ ਜਾਂਦਾ ਹੈ ਅਗਸਤ ਸਤੰਬਰ ਦੇ ਮਹੀਨੇ ਵਿੱਚ, ਉਦੋਂ ਉਸ ਮਹੀਨੇ ਦੇ ਵਿੱਚ ਇਹ ਗੰਨੇ ਦੀ ਫਸਲ ਦੇ ਵਿੱਚ ਨੁਕਸਾਨ ਕਰਦੇ ਨੇ। ਤੇ ਇੱਕ ਤਾਂ ਇਹ ਖੱਡਾਂ ਬਣਾਉਂਦੇ ਨੇ ਖੇਤ ਦੇ ਵਿੱਚ, ਤੇ ਖੱਡਾਂ ਬਣਾਉਣ ਦੇ ਨਾਲ ਕੀ ਹੁੰਦਾ ਕਿ ਚੂਹੇ ਜਿਹੜੇ ਨੇ ਬੂਟਿਆਂ ਦੀਆਂ ਜੜ੍ਹਾਂ ਕੱਟ ਦਿੰਦੇ ਨੇ, ਜਿਹਦੇ ਨਾਲ ਕਿ ਬੂਟੇ ਥੱਲੇ ਡਿੱਗ ਜਾਂਦੇ ਨੇ, ਤੇ ਜਿਹੜੇ ਡਿੱਗੇ ਹੋਏ ਬੂਟੇ ਨੇ ਉਸ ਨੂੰ ਫਿਰ ਚੂਹੇ ਜ਼ਿਆਦਾ ਨੁਕਸਾਨ ਕਰਦੇ ਨੇ। ਸੋ ਕਮਾਦ ਦੀ ਫਸਲ ਵਿੱਚ ਚੂਹਿਆਂ ਦਾ ਜ਼ਿਆਦਾ ਨੁਕਸਾਨ ਦੇਖਿਆ ਗਿਆ ਹੈ। ਤਕਰੀਬਨ 15%, ਕਈ ਵਾਰੀ 25% ਤੱਕ ਵੀ ਕਮਾਦ ਦੀ ਫਸਲ ਵਿੱਚ ਚੂਹਿਆਂ ਦਾ ਨੁਕਸਾਨ ਜਿਹੜਾ ਉਹ ਦੇਖਿਆ ਗਿਆ ਜੀ। ਅੱਛਾ ਮੈਡਮ, ਹੁਣ ਉਹਦੇ ਤੋਂ ਚਲੋ ਇਹ ਆਪਾਂ ਨੁਕਸਾਨ ਦਾ ਜਿਵੇਂ ਆਪਾਂ ਗੱਲ ਕਰੀਏ, ਇਹ ਵੇਰੀ ਕਰ ਸਕਦਾ, ਬਦਲ ਸਕਦਾ ਫਸਲ ਤੋਂ ਫਸਲ ਦੇ ਹਾਲਾਤਾਂ ਦੇ ਹਿਸਾਬ ਨਾਲ। ਇਹਨਾਂ ਨੂੰ ਕਾਬੂ ਕਰਨ ਦੇ ਲਈ ਵਿਧੀਆਂ ਕਿਹੜੀਆਂ ਜਿਹੜੀਆਂ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀਆਂ ਜੀ, ਜਿਹੜੀਆਂ ਕਾਰਗਰ ਸਿੱਧ ਹੋ ਰਹੀਆਂ ਜੀ? ਇੱਕ ਤਾਂ ਮੈਂ ਕਹਾਂਗੀ ਕਿ ਅਸੀਂ ਸਿੱਧੇ ਪਹਿਲਾਂ ਇਹ ਨਹੀਂ ਕਹਿਣਾ ਵੀ ਜਦੋਂ ਸਾਡੇ ਚੂਹੇ ਹੋ ਗਏ ਜੀ ਖੇਤ ਦੇ ਵਿੱਚ, ਤੇ ਅਸੀਂ ਸਿੱਧੇ ਫਾਰਮਰਸ ਦਾ ਰੁਝਾਨ ਹੁੰਦਾ ਕਿ ਅਸੀਂ ਦਵਾਈ ਕਿਹੜੀ ਪਾਈਏ ਜੀ, ਜ਼ਹਿਰੀਲਾ ਚੋਕ ਕਿਹੜਾ ਇਸਤੇਮਾਲ ਕਰੀਏ। ਤੇ ਸਾਨੂੰ ਇੱਕੋ ਦਮ ਜ਼ਹਿਰੀਲੇ ਚੋਕ ਤੇ ਨਹੀਂ ਆਉਣਾ ਚਾਹੀਦਾ। ਤੋਂ ਪਹਿਲਾਂ ਸਾਨੂੰ ਹੋਰ ਜਿਹੜੀਆਂ ਦੂਜੀਆਂ ਵਿਧੀਆਂ ਨੇ, ਜਿਵੇਂ ਕਿ ਵਾਤਾਵਰਨ ਸੁਧਾਰ ਰਾਹੀਂ ਇੱਕ ਵਿਧੀ ਹੈ, ਉਹ ਵਿਧੀ ਨੂੰ ਪਹਿਲਾਂ ਅਪਣਾਉਣਾ ਚਾਹੀਦਾ। ਤੇ ਉਸ ਵਿਧੀ ਦੇ ਵਿੱਚ ਆਪਾਂ ਇਹ ਦੇਖਣਾ ਹੈ ਕਿ ਖੇਤਾਂ ਦੇ ਆਲੇ ਦੁਆਲੇ ਪੱਕੀਆਂ ਵੱਟਾਂ, ਖਾਲਾਂ ਦੀ ਜਿਹਦੇ ਵਿੱਚ ਚੂਹਿਆਂ ਦੀਆਂ ਪੱਕੀਆਂ ਵੱਟਾਂ ਨਾ ਹੋਣ। ਜੇ ਪੱਕੀਆਂ ਵੱਟਾਂ ਹੈਗੀਆਂ ਤੇ ਸਾਨੂੰ ਉਹਨਾਂ ਨੂੰ ਢਾਹ ਕੇ ਦੁਬਾਰਾ ਬਣਾਉਣਾ ਚਾਹੀਦਾ ਜੀ। ਤੇ ਜਿਹੜੀਆਂ ਵੱਟਾਂ ਬਣਾਉਣੀਆਂ ਨੇ ਅਸੀਂ ਉਹ ਘੱਟ ਚੌੜੀਆਂ ਤੇ ਘੱਟ ਉੱਚੀਆਂ ਰੱਖਣੀਆਂ ਨੇ, ਕਿਉਂਕਿ ਜਿੰਨੀ ਜ਼ਿਆਦਾ ਚੌੜੀ ਤੇ ਉੱਚੀ ਵੱਟ ਹੋਗੀ ਉਸ 'ਚ ਚੂਹੇ ਜ਼ਿਆਦਾ ਆਪਣੀਆਂ ਖੱਡਾਂ ਬਣਾ ਕੇ ਰਹਿਣਗੇ ਜੀ। ਫਿਰ ਖੇਤ ਦੇ ਵਿੱਚੋਂ ਘਾਹ ਫੂਸ ਤੇ ਨਦੀਨ ਇਹ ਸਮੇਂ ਸਿਰ ਸਾਫ਼ ਕਰਦੇ ਰਹਿਣਾ ਚਾਹੀਦਾ, ਕਿਉਂਕਿ ਜਿੱਥੇ ਜ਼ਿਆਦਾ ਘਾਹ ਫੂਸ ਨਦੀਨ ਹੋਏਗਾ ਉੱਥੇ ਜ਼ਿਆਦਾ ਚੂਹਾ ਉਸ ਖੇਤ ਦੇ ਵਿੱਚ ਮਿਲੂਗਾ ਜੀ। ਫਿਰ ਜਿਹੜੀ ਫਸਲ ਹੈ ਉਹਨੂੰ ਡਿੱਗਣ ਤੋਂ ਬਚਾਉਣਾ ਚਾਹੀਦਾ। ਜਿੱਦਾਂ ਕਮਾਦ ਦਾ ਮੈਂ ਦੱਸਿਆ ਕਿ ਚੂਹੇ ਖੱਡਾਂ ਬਣਾਉਂਦੇ ਨੇ ਤੇ ਬੂਟੇ ਕੱਟ ਦਿੰਦੇ ਨੇ, ਉਹਦੇ ਨਾਲ ਫਸਲ ਡਿੱਗ ਜਾਂਦੀ ਆ, ਤੇ ਉਹ ਡਿੱਗੀ ਹੋਈ ਫਸਲ ਨੂੰ ਜ਼ਿਆਦਾ ਨੁਕਸਾਨ ਹੁੰਦਾ। ਤੇ ਉਹ ਕਮਾਦ ਦੀ ਫਸਲ ਵਿੱਚ ਸਾਨੂੰ ਮੇੜੇ ਬੰਨ੍ਹ ਦੇਣੇ ਚਾਹੀਦੇ ਆ, ਫਾਰਮਰ ਬੰਨ੍ਹਦੇ ਵੀ ਆ ਮੇੜੇ, ਤਾਂ ਕਿ ਫਸਲ ਜਿਹੜੀ ਡਿੱਗੇ ਨਾ। ਤਾਂ ਫਸਲ ਨੂੰ ਡਿੱਗਣ ਤੋਂ ਵੀ ਬਚਾਉਣਾ ਚਾਹੀਦਾ, ਠੀਕ ਹੈ। ਤੇ ਇਸ ਬਾਅਦ ਆਲਾ ਦੁਆਲਾ ਆਪਾਂ ਨੂੰ ਦੇਖਣਾ ਚਾਹੀਦਾ, ਜੇਕਰ ਜਿਹੜੀਆਂ ਜ਼ਮੀਨਾਂ ਦੇ ਨਾਲ ਜੰਗਲਾਤ ਲੱਗਦੇ ਨੇ, ਰੇਲਵੇ ਲਾਈਨਾਂ ਜਾਂ ਨਹਿਰਾਂ ਲੱਗਦੀਆਂ ਨੇ, ਉੱਥੇ ਚੂਹੇ ਦੀ ਜ਼ਿਆਦਾ ਸਮੱਸਿਆ ਹੁੰਦੀ ਹੈ। ਤੇ ਇਹ ਜਿਹੜੀਆਂ ਖਾਲੀ ਪਈਆਂ ਜਗ੍ਹਾ ਨੇ ਆਲੇ ਦੁਆਲੇ, ਇਹਨਾਂ ਜਗ੍ਹਾ ਦੇ ਉੱਤੇ ਵੀ ਸਾਨੂੰ ਚੂਹੇ ਦੀ ਰੋਕਥਾਮ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ। ਸੋ ਇਹ ਤਾਂ ਮਤਲਬ ਵਾਤਾਵਰਨ ਸੁਧਾਰ ਰਾਹੀਂ ਹੋ ਗਿਆ ਜੀ। ਇਸ ਤੋਂ ਬਾਅਦ ਅਸੀਂ ਜਦੋਂ ਰੌਣੀ ਕਰਦੇ ਹਾਂ, ਚੂਹਿਆਂ ਦੀ ਖੱਡਾਂ ਜਿਹੜੀਆਂ ਉਹਨਾਂ 'ਚ ਪਾਣੀ ਭਰ ਜਾਂਦਾ ਹੈ, ਪਾਣੀ ਭਰਨ ਨਾਲ ਚੂਹੇ ਬਾਹਰ ਨਿਕਲਦੇ ਨੇ, ਉਹਨਾਂ ਨੂੰ ਵੀ ਉਸ ਵੇਲੇ ਅਸੀਂ ਡੰਡਿਆਂ ਦੇ ਨਾਲ ਜਾਂ ਫਾਰਮਰ ਦੇ ਹੱਥ 'ਚ ਜੋ ਕੁਛ ਵੀ ਹੁੰਦਾ ਆਪਾਂ ਉਹਦੇ ਨਾਲ ਮਾਰ ਕੇ ਚੂਹਿਆਂ ਦਾ ਜਿਹੜੀ ਹੈ ਰੋਕਥਾਮ ਕਰ ਸਕਦੇ ਹਾਂ। ਤੇ ਇਹ ਚੀਜ਼ਾਂ 'ਚ ਕਰਨ ਤੋਂ ਬਾਅਦ ਵੀ ਜੇਕਰ ਸਾਨੂੰ ਲੱਗੇ ਵੀ ਖੇਤ ਦੇ ਵਿੱਚ 1 ਕਿੱਲੇ ਵਿੱਚ 10 ਤੋਂ ਵੱਧ ਖੱਡਾਂ ਨੇ, ਫਿਰ ਅਸੀਂ ਜ਼ਹਿਰੀਲੇ ਚੋਕ ਦੀ
ਜਿਹੜੀ ਆ ਉਹ ਇਸਤੇਮਾਲ ਕਰਨਾ ਹੈ। ਮੈਂ ਜੋ ਰਸਾਇਣਾਂ ਦੀ ਗੱਲ ਕਰਦੇ ਹਾਂ, ਜ਼ਹਿਰੀਲੇ ਚੋਗ ਦੀ ਗੱਲ ਕਰਦੇ ਹਾਂ, ਮੈਂ ਉਦੋਂ ਪਹਿਲਾਂ ਬੇਨਤੀ ਕਰਾਂਗਾ ਕਿਉਂਕਿ ਮੈਡਮ ਨੇ ਕੁਝ ਦਵਾਈਆਂ ਉਹਨਾਂ ਦੀ ਮਿਕਦਾਰ ਵੀ ਦੱਸਣੀ ਹੈ ਤੇ ਤੁਸੀਂ ਕਿਰਪਾ ਕਰਕੇ ਨੋਟ ਕਰ ਲੈਣੀ ਹੈ। ਤੇ ਉਦੋਂ ਪਹਿਲਾਂ ਇਹ ਦੱਸਣਾ ਮੈਡਮ, ਜੇ ਮੰਨ ਲਓ ਵੀ ਹਾਂ ਵਾਤਾਵਰਨ ਹਤੈਸ਼ੀ ਜੇ ਕਾਬੂ ਕਰਨ ਚੂਹਿਆਂ ਦਾ ਆਪਾਂ ਕਰਨਾ ਹੈ, ਤੇ ਜੇ ਮੰਨ ਲਓ ਟਰੈਪ ਵੀ ਲਾਉਣੇ ਨੇ ਆਪਾਂ ਜੇ ਕਹੀਏ ਵੀ ਹਾਂ, ਉਹ ਕਿੰਨੇ ਕੁ ਪ੍ਰਤੀ ਏਕੜ ਦੇ ਹਿਸਾਬ ਨਾਲ ਕੋਈ ਗਿਣਤੀ ਮਿਣਤੀ ਕੀਤੀ, ਕੋਈ ਖੋਜ ਇਹਦੀ ਵੀ ਇਹੋ ਜਿਹੀ ਕੀਤੀ ਹੈ? ਹਾਂਜੀ, ਉਹ ਦੱਸੋ ਮੈਡਮ ਜੀ। ਜਿਹੜੇ ਪਿੰਜਰੇ ਹੈਗੇ ਨੇ ਉਹ ਖੇਤਾਂ ਦੇ ਵਿੱਚ ਸਾਨੂੰ 1 ਕਿੱਲੇ ਦੇ ਵਿੱਚ 16 ਪਿੰਜਰੇ ਰੱਖਣੇ ਚਾਹੀਦੇ ਨੇ ਜੀ। ਠੀਕ ਹੈ। ਤੇ ਪਿੰਜਰੇ ਜਿਹੜੇ ਨੇ ਇੱਕ ਜਿਹੜੇ ਲੱਕੜ ਦੇ ਕੜਕੀਆਂ ਆਉਂਦੀਆਂ ਨੇ ਉਹ ਵੀ ਅਸੀਂ ਵਰਤ ਸਕਦੇ ਹਾਂ, ਜਾਂ 2 ਖਾਨਿਆਂ ਵਾਲੇ ਪਿੰਜਰੇ ਹੁੰਦੇ ਨੇ ਉਹ ਵੀ ਅਸੀਂ ਵਰਤ ਸਕਦੇ ਹਾਂ ਜੀ। ਤੇ ਇਹ ਪਿੰਜਰੇ ਜਿਹੜੇ ਹੈਗੇ ਨੇ, ਅਸੀਂ ਦੇਖਿਆ ਕਿ ਚੂਹੇ ਜਿਹੜੇ ਨੇ ਨਾ ਜਦੋਂ ਚੱਲਦੇ ਨੇ ਉਹ ਬੱਟਾਂ ਦੇ ਨਾਲ ਨਾਲ ਚੱਲਦੇ ਆ ਜੀ। ਤਾਂ ਪਿੰਜਰੇ ਜਦੋਂ ਵੀ ਲਾਣੇ ਹੈਗੇ ਆ, ਇੱਕ ਤਾਂ ਬੱਟਾਂ ਦੇ ਨਾਲ ਨਾਲ ਲਾਣੇ ਨੇ। ਹਾਂਜੀ। ਤੇ ਬੱਟਾਂ ਦੇ ਨਾਲ ਨਾਲ ਜਦੋਂ ਅਸੀਂ ਲਾਵਾਂਗੇ ਤੇ ਚੂਹੇ ਦੇ ਉਹਦੇ ਵਿੱਚ ਜਾਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਜੀ। ਦੂਜਾ, ਪਿੰਜਰੇ ਦੇ ਵਿੱਚ ਹਮੇਸ਼ਾ ਉਹ ਚੀਜ਼ ਲਾਓ ਜਿਹੜੀ ਕਿ ਚੂਹਾ ਉਹਨੂੰ ਪ੍ਰੈਫਰ ਕਰੇ, ਖਾਣਾ ਪਸੰਦ ਕਰੇ ਜਿਹੜੀ ਚੀਜ਼ ਜੀ ਜੀ ਜੀ। ਤੇ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਪਿੰਜਰੇ ਇੱਕੋ ਜਗ੍ਹਾ ਦੇ ਉੱਤੇ ਕਈ ਦਿਨ ਪਏ ਰਹਿਣ ਦਿੰਦੇ ਆ, ਉਸ ਨਾਲ ਚੂਹਿਆਂ ਨੂੰ ਪਤਾ ਲੱਗ ਜਾਂਦਾ, ਉਹਦੇ 'ਚ ਵੜਨਾ ਬੰਦ ਕਰ ਦਿੰਦੇ ਆ ਜੀ। ਤੇ ਇਸ ਕਰਕੇ ਜੇ ਇੱਕ ਤਾਂ ਪਿੰਜਰੇ ਜਿਹੜੇ ਆ ਇੱਕੋ ਜਗ੍ਹਾ ਤੇ ਕਈ ਦਿਨ ਨਾ ਪਏ ਰਹਿਣ ਤਾਂ ਉਹਨਾਂ ਦੀ ਜਗ੍ਹਾ ਬਦਲਦੇ ਰਹੋ ਜੀ। ਤੇ ਦੂਸਰਾ, ਜਿਹੜਾ ਅਸੀਂ ਖਾਣ ਵਾਸਤੇ ਉਹਨਾਂ 'ਚ ਭੋਜਨ ਰੱਖਦੇ ਆ ਉਹ ਵੀ ਬਦਲਦੇ ਰਹੋ, ਤਾਂ ਕਿ ਚੂਹੇ ਦੇ ਪਸੰਦ ਦਾ ਭੋਜਨ ਉਹਦੇ ਵਿੱਚ ਅਸੀਂ ਲਾਈਏ ਤੇ ਚੂਹੇ ਜਿਹੜੇ ਜ਼ਿਆਦਾ ਆਪਾਂ ਫੜੀਏ। ਤੇ 1 ਕਿੱਲੇ ਵਿੱਚ ਅਸੀਂ 16 ਪਿੰਜਰੇ ਵੱਧ ਤੋਂ ਵੱਧ ਜਗ੍ਹਾ ਦੇ ਉੱਤੇ ਬੱਟਾਂ ਦੇ ਨਾਲ ਨਾਲ ਰੱਖਣੇ ਆ। ਮੈਡਮ ਇਹਦਾ ਮਤਲਬ ਆਪਾਂ ਜੇ ਸਧਾਰਨ ਭਾਸ਼ਾ ਦੀ ਗੱਲ ਕਰੀਏ ਤੇ ਇਹਦਾ ਇਹ ਆਪਾਂ ਇਹ ਕਹਿ ਸਕਦੇ ਹਾਂ ਵੀ ਚੂਹੇ ਆਪਣੀ ਵਿਕਲ ਬੜੀ ਵਿਉਂਤਬੰਦੀ ਦੇ ਨਾਲ ਜਿਹੜਾ ਚੋਗਾ ਆਪਣਾ ਚੁੱਕਦੇ ਨੇ, ਜਾਂ ਥਾਵਾਂ ਦਾ ਜਿਵੇਂ ਉਹਨਾਂ ਨੂੰ ਵਿਸ਼ੇਸ਼ ਪਤਾ ਹੁੰਦਾ ਹੈ, ਇਦਾਂ ਹੀ ਇਹਨਾਂ ਦੀ ਜਿਹੜੀਆਂ ਥੋੜੀ ਖੁੱਡਾਂ ਬਣਾਈਆਂ ਹੁੰਦੀਆਂ, ਖੁੱਡਾਂ ਵੀ ਕਹਿੰਦੇ ਵੀ ਬੜੀਆਂ ਵਧੀਆ ਤਰੀਕੇ ਨਾਲ ਵਿਉਂਤਬੰਦੀ ਦੇ ਨਾਲ ਬਣਾਈਆਂ ਹੋਈਆਂ, ਇਹ ਵੀ ਕੋਈ ਹੈਗਾ ਜੀ? ਹਾਂਜੀ, ਕਿਉਂਕਿ ਇਹਨਾਂ ਨੂੰ ਆਪਣੇ ਵਾਤਾਵਰਣ ਦੀਆਂ, ਕਦੀ ਗਰਮੀ ਹੈ ਕਦੀ ਸਰਦੀ ਹੈ, ਇਹ ਹਰ ਤਰ੍ਹਾਂ ਦੇ ਵਾਤਾਵਰਣ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੇ ਨੇ। ਉਹ ਇਸੇ ਨਾਲ ਢਾਲਦੇ ਨੇ ਕਿ ਜਿਹੜੀਆਂ ਆਪਣੀਆਂ ਖੱਡਾਂ ਬਣਾਉਂਦੇ ਨੇ ਜ਼ਮੀਨ ਦੇ ਅੰਦਰ, ਡੂੰਘੀਆਂ ਖੱਡਾਂ, ਉੱਥੇ ਆਪਣਾ ਵਾਤਾਵਰਣ ਨੂੰ ਬਿਲਕੁਲ ਸੰਤੁਲਿਤ ਰੱਖ ਕੇ, ਤਾਂ ਕਿ ਇਹਨਾਂ ਨੂੰ ਕੋਈ ਉਹਦੇ ਵਿੱਚ ਕੋਈ ਤਕਲੀਫ ਨਾ ਆਵੇ ਰਹਿਣ ਵਾਸਤੇ, ਤੇ ਖੱਡਾਂ ਬਣਾਉਂਦੇ ਨੇ। ਤੇ ਜਿਹੜੀਆਂ ਖੱਡਾਂ ਨੇ, ਮਤਲਬ ਹਰ ਇੱਕ ਚੂਹੇ, ਜਿਹੜਾ ਕੁਛ ਚੂਹੇ ਜਿਹੜੀਆਂ ਖੱਡਾਂ ਉਹਨਾਂ ਦੀਆਂ ਜ਼ਿਆਦਾ ਡੂੰਘੀਆਂ ਨਹੀਂ ਹੁੰਦੀਆਂ, ਉੱਪਰ ਹੀ ਹੁੰਦੀਆਂ ਨੇ ਖੱਡਾਂ। ਕੁਛ ਚੂਹੇ ਇਹੋ ਜਿਹੇ ਹੁੰਦੇ ਜਿਵੇਂ ਕਿ ਅੰਨਾ ਚੂਹਾ, ਜਿਹੜਾ ਢੇਰੀਆਂ ਵਾਲਾ ਚੂਹਾ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਬਹੁਤ ਡੂੰਘੀਆਂ ਖੱਡਾਂ ਬਣਾਉਂਦਾ ਤੇ ਉਹ ਕਾਫੀ ਅੰਦਰ ਜਾ ਕੇ ਆਪਣੀਆਂ ਖੱਡਾਂ ਬਣਾਉਂਦਾ, ਤੇ ਉੱਥੇ ਉਹਨੇ ਅਲੱਗ-ਅਲੱਗ ਚੈਂਬਰ ਬਣਾਏ ਹੁੰਦੇ ਆ, ਕੋਈ ਭੋਜਨ ਭੰਡਾਰ ਕਰਨ ਦੇ ਚੈਂਬਰ ਬਣਾਏ, ਕਿਤੇ ਬੱਚੇ ਦੇਣ ਦੇ, ਕਿਤੇ ਸੌਣ ਦੇ। ਸੋ ਇਹ ਆਪਣੀਆਂ ਜਿਹੜੀਆਂ ਖੱਡਾਂ ਨੇ, ਇਹਨਾਂ ਸਾਰਿਆਂ ਦੇ ਚੂਹਿਆਂ ਦੀਆਂ ਜਾਤੀਆਂ ਜਿੰਨੀਆਂ ਵੀ ਹੈਗੀਆਂ, ਉਹਨਾਂ ਦੀਆਂ ਖੱਡਾਂ ਵੇਰੀ ਕਰਦੀਆਂ ਰਹਿੰਦੀਆਂ ਨੇ, ਕਿਸੇ ਦੀ ਬਹੁਤ ਡੂੰਘੀਆਂ ਹੁੰਦੀਆਂ ਨੇ, ਕਿਸੇ ਦੀਆਂ ਜਿਹੜੀਆਂ ਉੱਪਰ ਹੀ ਹੁੰਦੀਆਂ ਨੇ ਜੀ। ਮੈਡਮ ਚੋਗ ਤੇ ਆਪਾਂ ਗੱਲ ਲੈਂਦੇ ਹਾਂ, ਉਦੋਂ ਪਹਿਲਾਂ ਜਿਵੇਂ ਲਾਈਵ ਪ੍ਰੋਗਰਾਮ ਹੈ, ਜਸਵਿੰਦਰ ਸੰਧੂ ਜੀ ਇਹ ਸਾਡੇ ਨਾਲ ਜੁੜ ਚੁੱਕੇ ਨੇ, ਹਾਕਮ ਸਿੰਘ ਨਰਮਾਨ ਜੀ, ਜਸਪਿੰਦਰ ਧਰਨੀ ਜੀ ਬਾਜਵਾ ਜੀ, ਗੁਰਜੀਤ ਸਿੰਘ ਵਿਰਕ ਜੀ, ਜਸਪਿੰਦਰ ਧਰਨੀ ਜੀ। ਇਹਨਾਂ ਦਾ ਇੱਕ ਇਹ ਵੀ ਸੀਗਾ ਜਿਹੜੀ ਗੰਨੇ ਦੀ ਕਿਸਮ COG 85, ਇਹਦੇ ਵਿੱਚ ਸ਼ੂਗਰ ਕੰਟੈਂਟ ਜ਼ਿਆਦਾ ਹੁੰਦਾ ਹੈ, ਇਸ ਕਰਕੇ ਜ਼ਿਆਦਾ ਪ੍ਰੋਣ ਹੈ। ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਆਪ ਜੀ ਸਾਰਿਆਂ ਦਾ ਸਵਾਗਤ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮੈਡਮ ਹੁਣ ਤੁਸੀਂ ਅੱਗੇ ਨੂੰ ਸ਼ੁਰੂ ਕਰੋ। ਹੁਣ ਜਿਹੜਾ ਜ਼ਹਿਰੀਲਾ ਚੋਗ ਬਣਾਉਣਾ, ਉਹਦੇ ਲਈ ਦਵਾਈਆਂ ਸਿਫਾਰਿਸ਼ ਕਿਹੜੀਆਂ ਤੇ ਬਣਾਉਣਾ ਕਿਵੇਂ ਹੈ ਜੀ, ਉਹ ਦੱਸਿਓ ਜੀ। ਹਾਂਜੀ, ਜਿਹੜਾ ਜ਼ਹਿਰੀਲਾ ਚੋਗ ਹੈ, ਚੂਹੇ ਮਾਰ ਜਿਹੜੀਆਂ ਜ਼ਹਿਰੀਲੀਆਂ ਦਵਾਈਆਂ ਨੇ, ਉਹ 2 ਤਰ੍ਹਾਂ ਦੀਆਂ ਦਵਾਈਆਂ ਦੀ ਆਪਾਂ ਸਿਫਾਰਿਸ਼ ਕਰਦੇ ਹਾਂ। ਇੱਕ ਤਾਂ ਹੈ ਜੀ ਜ਼ਿੰਕ ਫਾਸਫਾਈਡ ਜੀ। ਜ਼ਿੰਕ ਫਾਸਫਾਈਡ ਦਾ ਅਸੀਂ 2% ਚੋਗ ਤਿਆਰ ਕਰਦੇ ਹਾਂ। ਉਹ ਚੋਗ ਤਿਆਰ ਕਰਨ ਵਾਸਤੇ ਅਸੀਂ ਕਿਸੇ ਵੀ ਤਰ੍ਹਾਂ ਦੇ ਦਾਣੇ ਲੈ ਲੈਣੇ ਨੇ, ਜਿੱਦਾਂ ਕਣਕ ਦੇ ਦਾਣੇ ਸਪੋਜ਼ ਅਸੀਂ ਲੈ ਲਏ, ਉਹਨਾਂ ਦਾ ਅਸੀਂ ਦਰੜ ਲੈਣਾ, ਸਾਬਤ ਦਾਣੇ ਨਹੀਂ ਲੈਣੇ। ਦਰੜ ਲੈ ਕੇ ਜੇ 1 ਕਿਲੋ ਅਸੀਂ ਦਰੜ ਲੈਣਾ, ਉਹਦੇ ਵਿੱਚ 20 ਗ੍ਰਾਮ ਕੋਈ ਵੀ ਖਾਣ ਵਾਲਾ ਤੇਲ ਪਾਣਾ ਤੇ 20 ਗ੍ਰਾਮ ਪੀਸੀ ਹੋਈ ਖੰਡ ਪਾਣੀ ਹੈ। ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਰਲਾ ਲੈਣਾ। ਫਿਰ ਉਸ ਦੇ ਵਿੱਚ 25 ਗ੍ਰਾਮ ਜ਼ਿੰਕ ਫਾਸਫਾਈਡ ਦਵਾਈ ਪਾ ਕੇ ਮਿਕਸ ਕਰਨੀ ਆ। ਜੀ ਜੀ ਜੀ, ਠੀਕ ਹੈ। ਤੇ ਜਿਹੜੀ ਦੂਸਰੀ ਦਵਾਈ ਹੈਗੀ ਆ, ਬ੍ਰੋਮੋਡੋਲੋਨ ਦਵਾਈ ਹੈਗੀ ਆ। ਇਹ ਬ੍ਰੋਮੋਡੋਲੋਨ ਦਵਾਈ ਦਾ ਚੋਗ ਤਿਆਰ ਕਰਨ ਵਾਸਤੇ ਵੀ ਅਸੀਂ ਤਿੰਨੋਂ ਚੀਜ਼ਾਂ ਉਹੀ ਲੈਣੀਆਂ ਨੇ, ਦਾਣੇ ਲੈਣੇ ਨੇ, ਤੇਲ ਲੈਣਾ ਤੇ ਖੰਡ ਲੈਣੀ ਆ, ਤੇ ਉਹਦੇ ਵਿੱਚ 20 ਗ੍ਰਾਮ ਦਵਾਈ ਪਾਣੀ ਹੈ। ਸੋ ਇਹ ਜਿਹੜੀ ਮਿਕਦਾਰ ਹੈ ਇਹ ਸੇਮ ਹੋਣੀ ਚਾਹੀਦੀ ਆ। ਆਮ ਤੌਰ ਤੇ ਫਾਰਮਰ ਕੀ ਕਰਦੇ ਨੇ ਕਿ ਜ਼ਿੰਕ ਫਾਸਫਾਈਡ ਦਾ ਚੋਗ ਬਣਾਉਂਦੇ ਨੇ, ਅੰਦਾਜ਼ੇ ਨਾਲ ਦਾਣੇ ਲੈ ਲਏ, ਅੰਦਾਜ਼ੇ ਨਾਲ ਦਵਾਈ ਪਾ ਲਈ, ਤੇ ਉਹ ਦਵਾਈ ਦੀ ਮਾਤਰਾ ਘੱਟ ਰਹਿ ਜਾਂਦੀ ਹੈ। ਤੇ ਉਸ ਦੇ ਨਾਲ ਕੀ ਹੁੰਦਾ ਹੈ ਕਿ ਚੂਹਾ ਦਵਾਈ ਦੇ ਚੋਗ ਨੂੰ ਤਾਂ ਖਾ ਲੈਂਦਾ, ਪਰ ਉਹ ਦਵਾਈ ਦੀ ਮਾਤਰਾ ਘੱਟ ਹੋਣ ਨਾਲ ਚੂਹਾ ਮਰਦਾ ਨਹੀਂ, ਪਰ ਉਸ ਨੂੰ ਦਵਾਈ ਦੇ ਜ਼ਹਿਰੀਲੇਪਨ ਦਾ ਪਤਾ ਲੱਗ ਜਾਂਦਾ ਹੈ ਤੇ ਉਸ ਨੂੰ ਦੁਬਾਰਾ ਦਵਾਈ ਨੂੰ ਖਾਣਾ ਉਹ ਛੱਡ ਦਿੰਦਾ ਜੀ ਜੀ। ਤੇ ਇਹ ਬਹੁਤ ਵੱਡੀ ਸਮੱਸਿਆ ਆਉਂਦੀ ਆ। ਆਮ ਕਿਸਾਨ ਇਹ ਕਹਿੰਦੇ ਨੇ ਜੀ ਅਸੀਂ ਦਵਾਈ ਪਾਉਂਦੇ ਆ, ਚੂਹੇ ਖਾਂਦੇ ਨਹੀਂ, ਜੇ ਖਾਂਦੇ ਆ ਤਾਂ ਮਰਦੇ ਨਹੀਂ। ਉਹਦਾ ਕਾਰਨ ਇਹ ਹੁੰਦਾ ਹੈ ਕਿ ਅਸੀਂ ਦਵਾਈ ਦੀ ਮਾਤਰਾ ਚੋਗ ਦੇ ਵਿੱਚ ਪੂਰੀ ਨਹੀਂ ਪਾਉਂਦੇ। ਦੂਸਰਾ, ਇਸ ਦਵਾਈ ਦੇ ਚੋਗ ਨੂੰ ਹਮੇਸ਼ਾ ਤਾਜ਼ਾ ਤਿਆਰ ਕਰਨਾ ਚਾਹੀਦਾ ਤੇ ਇਹਦੇ ਵਿੱਚ ਪਾਣੀ ਨਹੀਂ ਲੱਗਣਾ ਚਾਹੀਦਾ।
ਅਸੀਂ ਖੇਤ ਦੇ ਵਿੱਚ ਵੀ ਲੱਗਿਆ ਜਦੋਂ ਰੱਖਣੀ ਆ ਉਦੋਂ ਵੀ ਦੇਖਣਾ ਵੀ ਖੇਤ ਦੇ ਵਿੱਚ ਪਾਣੀ ਨਾ ਲੱਗਿਆ ਹੋਵੇ ਜੀ, ਜਾਂ ਕਈ ਵਾਰੀ ਸਲਾਬਾ ਪੈ ਜਾਂਦਾ, ਉੱਪਰੋਂ ਆਪਣੀ ਫੌਗ ਆ ਜਾਂਦੀ ਆ, ਮੋਇਸਚਰ ਹੋ ਜਾਂਦੀ ਆ, ਤੇ ਇਹੋ ਜਿਹੇ ਮੌਸਮ ਦੇ ਵਿੱਚ ਸਾਨੂੰ ਕਾਲੀ ਦਵਾਈ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ, ਜਿਹੜੀ ਜ਼ਿੰਕ ਫਾਸਫਾਈਡ ਦਵਾਈ ਜੀ ਹੁੰਦੀ ਜੀ ਹੈ। ਜੀ ਜੀ ਉਦੋਂ ਅਸੀਂ ਦੂਜੀ ਦਵਾਈ ਜਿਹੜੀ ਬ੍ਰੋਮੋਡੋਲੋਨ ਹੈ ਉਦੋਂ ਸਾਨੂੰ ਯੂਜ਼ ਕਰਨੀ ਚਾਹੀਦੀ ਆ। ਤੇ ਜ਼ਿੰਕ ਫਾਸਫਾਈਡ ਦਵਾਈ 'ਚ ਪਾਣੀ ਨਹੀਂ ਲੱਗਣਾ ਚਾਹੀਦਾ। ਜੇ ਪਾਣੀ ਲੱਗ ਗਏ ਤਾਂ ਵੀ ਦਵਾਈ ਦਾ ਅਸਰ ਜਿਹੜਾ ਉਹ ਖਤਮ ਹੋ ਜਾਂਦਾ, ਕਿਉਂਕਿ ਇਹਦੇ ਵਿੱਚੋਂ ਫਾਸਫੀਨ ਗੈਸ ਨਿਕਲਦੀ ਹੈ ਜਿਹੜੀ ਕਿ ਚੂਹੇ ਦੇ ਪੇਟ 'ਚ ਜਾ ਕੇ ਨਿਕਲਣੀ ਚਾਹੀਦੀ ਹੈ। ਜੇ ਪਹਿਲਾਂ ਹੀ ਪਾਣੀ ਲੱਗ ਜਾਏਗਾ, ਫਾਸਫੀਨ ਗੈਸ ਪਹਿਲਾਂ ਹੀ ਨਿਕਲ ਜਾਏਗੀ, ਦਵਾਈ ਦਾ ਅਸਰ ਖਤਮ ਹੋ ਜਾਏਗਾ। ਠੀਕ ਹੈ। ਤੇ ਉਸ ਦੇ ਨਾਲ ਚੂਹੇ ਜਿਹੜੇ ਮਰਨਗੇ ਨਹੀਂ, ਪਰ ਉਹਨਾਂ ਨੂੰ ਦਵਾਈ ਦਾ ਪਤਾ ਲੱਗ ਜੂ ਤੇ ਉਹ ਦੁਬਾਰਾ ਫਿਰ ਉਸ ਦਵਾਈ ਨੂੰ ਨਹੀਂ ਖਾਣਗੇ। ਅੱਛਾ ਮੈਡਮ, ਇੱਕ ਇਹਦੇ 'ਚ ਮੈਂ ਚਲੋ ਤੁਹਾਡੇ ਮੂੰਹੋਂ ਵੀ ਇਹ ਚੀਜ਼ ਵੀ ਸਾਰਾ ਦਾ ਪਹੁੰਚਾਉਣੀ ਚਾਹੁੰਦਾ ਵਾਂ, ਜਿਹੜੀਆਂ ਇਹ ਦਵਾਈਆਂ ਜਿਵੇਂ ਤੁਸੀਂ ਫਾਸਫਾਈਡ ਦੀ ਗੱਲ ਕੀਤੀ ਜਾਂ ਦੂਜੇ ਦੀ ਗੱਲ ਕੀਤੀ, ਇਹ ਵਰਕ ਕਿਵੇਂ ਕਰਦੇ ਆ? ਕਿਉਂਕਿ ਕਈ ਵਾਰ ਕੀ ਹੁੰਦਾ, ਇਹ ਦਵਾਈ ਖਾ ਵੀ ਲੈਂਦੇ ਨੇ ਚੂਹੇ, ਪਰ ਉਸ ਤੋਂ 2 ਦਿਨ ਬਾਅਦ 3 ਦਿਨ ਬਾਅਦ ਰਿਜ਼ਲਟ ਨਿਕਲਦੇ ਨੇ, ਠੀਕ ਹੈ ਨਾ? ਇਹ ਦਵਾਈਆਂ ਦਾ ਐਕਸ਼ਨ ਉਹ ਕਿਵੇਂ ਹੁੰਦਾ, ਮਾੜਾ ਜਿਹਾ ਉਹ ਵੀ ਦੱਸਿਓ ਜੀ। ਜਿਹੜੀ ਤਾਂ ਜ਼ਿੰਕ ਫਾਸਫਾਈਡ ਦਵਾਈ ਹੈ ਜੀ, ਇਹ ਤਾਂ ਖਾਣ ਤੋਂ 2-3 ਘੰਟੇ ਬਾਅਦ ਹੀ ਚੂਹੇ ਦੀ ਮੌਤ ਹੋ ਜਾਂਦੀ ਹੈ। ਠੀਕ ਹੈ ਜੀ। ਤੇ ਜਿਵੇਂ ਮੈਂ ਦੱਸਿਆ ਕਿ ਜਦੋਂ ਚੂਹਾ ਇਸ ਦਵਾਈ ਦੇ ਚੋਗ ਨੂੰ ਖਾਂਦਾ ਹੈ ਤੇ ਪੇਟ ਦੇ ਵਿੱਚ ਫਾਸਫੀਨ ਗੈਸ ਨਿਕਲਦੀ ਹੈ, ਜਿਹੜੀ ਕਿ ਫਿਰ ਸਾਰੇ ਸਰੀਰ 'ਚ ਫੈਲ ਜਾਂਦੀ ਹੈ ਤੇ ਚੂਹੇ ਦੀ ਮੌਤ ਹੋ ਜਾਂਦੀ ਹੈ। ਬਿਲਕੁਲ ਜੀ, ਠੀਕ ਹੈ ਜੀ। ਤੇ ਕਿਉਂਕਿ ਇਸ ਦਵਾਈ ਦੇ ਨਾਲ ਚੂਹੇ ਦੀ ਬਹੁਤ ਜਲਦੀ ਮੌਤ ਹੋ ਜਾਂਦੀ ਹੈ, ਤੇ ਬਾਕੀ ਦੇ ਚੂਹੇ ਜਿਨ੍ਹਾਂ ਨੇ ਹਜੇ ਦਵਾਈ ਖਾਣੀ ਹੁੰਦੀ ਹੈ, ਜਾਂ ਫਿਰ ਜਿਹਨੇ ਘੱਟ ਦਵਾਈ ਖਾਧੀ ਹੁੰਦੀ ਹੈ, ਜਾਂ ਫਿਰ ਆਪਾਂ ਦਵਾਈ ਦੀ ਮਾਤਰਾ ਪੂਰੀ ਨਹੀਂ ਪਾਈ, ਉਹ ਚੂਹਿਆਂ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਉਸ ਦਵਾਈ ਨੂੰ ਨਹੀਂ ਖਾਂਦੇ। ਜੀ ਬਿਲਕੁਲ ਜੀ, ਬਿਲਕੁਲ। ਇਸ ਕਰਕੇ ਜਿਹੜੀ ਜ਼ਿੰਕ ਫਾਸਫਾਈਡ ਦਵਾਈ ਹੈ, ਘੱਟੋ ਘੱਟ 2 ਮਹੀਨੇ ਤੋਂ ਪਹਿਲਾਂ ਸਾਨੂੰ ਦੁਬਾਰਾ ਨਹੀਂ ਪਾਣੀ ਚਾਹੀਦੀ। ਜੇਕਰ ਅਸੀਂ ਇਸ ਨੂੰ ਬਾਰ-ਬਾਰ ਪਾਵਾਂਗੇ ਤੇ ਚੂਹੇ ਬਿਲਕੁਲ ਹੀ ਇਹਨੂੰ ਖਾਣਾ ਛੱਡ ਦੇਣਗੇ। ਠੀਕ ਹੈ ਜੀ। ਤੇ ਸਾਨੂੰ ਦਵਾਈ ਜਿਹੜੀ ਹੈ ਬਦਲ ਕੇ ਪਾਣੀ ਚਾਹੀਦੀ ਹੈ। ਠੀਕ ਹੈ ਜੀ। ਤੇ ਜਿਹੜੀ ਦੂਸਰੀ ਦਵਾਈ ਦੀ ਗੱਲ ਕਰਦੀ ਮੈਂ ਬ੍ਰੋਮੋਡੋਲੋਨ, ਇਹ ਬ੍ਰੋਮੋਡੋਲੋਨ ਦਵਾਈ ਜਿਹੜੀ ਹੈ ਲੇਟ ਅਸਰ ਕਰਦੀ ਹੈ। ਇਸ ਦਵਾਈ ਦੇ ਖਾਣ ਤੋਂ 2-3 ਦਿਨਾਂ ਬਾਅਦ ਚੂਹੇ ਮਰਨੇ ਸ਼ੁਰੂ ਹੁੰਦੇ ਨੇ ਜੀ, ਤੇ ਤਕਰੀਬਨ 10-15 ਦਿਨਾਂ ਤੱਕ ਵੀ ਚੂਹੇ ਜਿਹੜੇ ਮਰਦੇ ਰਹਿੰਦੇ ਜੇਕਰ ਉਹਨਾਂ ਨੇ ਇੱਕ ਵਾਰੀ ਦਵਾਈ ਖਾ ਲਈ ਹੋਈ। ਜੀ 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 ਜੀ। ਇਹ ਦਵਾਈ ਜਿਹੜੀ ਹੈਗੀ ਆ, ਇਹ ਸਰੀਰ ਦੇ ਅੰਦਰ ਖੂਨ ਨੂੰ ਜੰਮਣ ਤੋਂ ਰੋਕਦੀ ਹੈ, ਜਿਹਦੇ ਕਰਕੇ ਜ਼ਿਆਦਾ ਖੂਨ ਵਗ ਜਾਣ ਦੇ ਨਾਲ ਸਰੀਰ ਦੇ ਅੰਦਰ ਜ਼ਿਆਦਾ ਖੂਨ ਵਗ ਜਾਂਦਾ ਤੇ ਚੂਹੇ ਦੀ ਮੌਤ ਹੋ ਜਾਂਦੀ ਹੈ। ਜੀ ਜੀ। ਸੋ ਇਸ ਨੂੰ 2-3 ਦਿਨ ਲੱਗਦੇ ਨੇ, ਕਿਉਂਕਿ ਇਹ ਸਰੀਰ ਦੇ ਅੰਦਰ ਵਿਟਾਮਿਨ ਕੇ ਨੂੰ ਘਟਾਉਂਦੀ ਹੈ, ਤੇ ਵਿਟਾਮਿਨ ਕੇ ਜਦੋਂ ਖੂਨ ਦੇ ਵਿੱਚ ਬਿਲਕੁਲ ਘਟ ਜਾਂਦਾ ਹੈ ਤਾਂ ਜਿਹੜੀ ਹੈ ਚੂਹੇ ਦੀ ਮੌਤ ਹੋਣੀ ਸ਼ੁਰੂ ਹੋ ਜਾਂਦੀ ਹੈ, ਇੰਟਰਨਲ ਬਲੀਡਿੰਗ ਹੋ ਜਾਂਦੀ ਜਿਹਨੂੰ ਆਪਾਂ ਕਹਿੰਦੇ ਆ। ਜੀ ਬਿਲਕੁਲ। ਤੇ ਮੈਡਮ ਮੈਨੂੰ ਵਿਟਾਮਿਨ ਕੇ ਤੋਂ ਥੋੜਾ ਜਿਹਾ ਇਹ ਹਵਾਲਾ ਮਿਲਦਾ ਹੈ, ਜੇ ਪਰ ਚਾਂਸ ਜੇ ਕੋਈ ਮਨੁੱਖੀ ਕਿਸੇ ਦੇ ਨਾਲ ਇੱਕ ਖਪਤ ਹੋ ਜਾਂਦੀ ਹੈ ਜਾਂ ਇੱਕ ਤੇ ਬੀਆਂ ਲੈ ਲਈ ਜਾਂਦੀ ਹੈ, ਤਾਂ ਉਸ ਵੇਲੇ ਇਹਦਾ ਐਂਟੀਡੋਟ ਕੀ ਹੁੰਦਾ ਹੈ ਜੀ? ਦੇਖੋ, ਜ਼ਿੰਕ ਫਾਸਫਾਈਡ ਦਾ ਕੋਈ ਐਂਟੀਡੋਟ ਨਹੀਂ, ਇਹ ਬਹੁਤ ਜ਼ਹਿਰੀਲੀ ਦਵਾਈ ਹੈ। ਇਹਦਾ ਤਾਂ ਇਹੀ ਇਲਾਜ ਹੈ ਕਿ ਮੂੰਹ ਦੇ ਵਿੱਚ ਉਂਗਲੀਆਂ ਗਲੇ 'ਚ ਪਾ ਕੇ ਤੇ ਉਹਨੂੰ ਉਲਟੀ ਕਰਵਾਈ ਜਾਵੇ ਤੇ ਫੌਰਨ ਡਾਕਟਰ ਕੋਲ ਲੈ ਜਾਓ। ਪਰ ਬ੍ਰੋਮੋਡੋਲੋਨ ਕਿਉਂਕਿ ਵਿਟਾਮਿਨ ਕੇ ਨੂੰ ਖੂਨ ਦੇ ਵਿੱਚ ਘਟਾਉਂਦੀ ਹੈ, ਤੇ ਜੇਕਰ ਕੋਈ ਗਲਤੀ ਨਾਲ ਬ੍ਰੋਮੋਡੋਲੋਨ ਖਾ ਲਵੇ ਤੇ ਉਹਨੂੰ ਅਸੀਂ ਵਿਟਾਮਿਨ ਕੇ ਦਾ ਇੰਜੈਕਸ਼ਨ ਡਾਕਟਰ ਦੀ ਨਿਗਰਾਨੀ ਹੇਠ ਦੇ ਸਕਦੇ ਹਾਂ, ਇਹਦੇ ਅਸਰ ਨੂੰ ਖਤਮ ਕਰ ਸਕਦੇ ਹਾਂ। ਜੀ 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 ਜੀ। ਸੋ ਕਹਿਣ ਦਾ ਮਤਲਬ ਐਂਟੀਡੋਟ ਤੁਸੀਂ ਨਾਲ ਵੀ ਦੱਸ ਰਹੇ ਹੋ। ਪਰ ਇਸ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਜਿਹੜੇ ਚੋਗ ਤਿਆਰ ਕਰਨੇ ਆ, ਇੱਕ ਤਾਂ ਜਿਹੜਾ ਜ਼ਹਿਰੀਲਾ ਦਵਾਈ ਹੈਗੀ ਉਹਨੂੰ ਬੱਚਿਆਂ ਤੇ ਜਾਨਵਰਾਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ। ਜੀ ਜੀ। ਤੇ ਆਪਾਂ ਨੂੰ ਹਮੇਸ਼ਾ ਜਦੋਂ ਬਣਾਉਣਾ ਹੱਥ ਤੇ ਦਸਤਾਨੇ ਚੜਾ ਕੇ, ਮੂੰਹ ਤੇ ਮਾਸਕ ਪਾ ਕੇ ਫਿਰ ਸਾਨੂੰ ਇਹ ਦਵਾਈ ਜਿਹੜੀ ਆ ਉਹ ਤਿਆਰ ਕਰਨੀ ਚਾਹੀਦੀ ਹੈ। ਜੀ ਜੀ ਜੀ। ਮੈਡਮ ਦੂਜੀ ਚੀਜ਼ ਇਹ ਆ ਜਾਂਦੀ ਹੈ, ਇਹ ਜਿਹੜਾ ਇਹ ਤੁਸੀਂ ਚੋਗ ਬਣਾ ਕੇ ਆਪਾਂ ਜਦੋਂ ਦਵਾਈ ਰੱਖਣੀ ਹੈ, ਉਹਦਾ ਸਹੀ ਸਮਾਂ ਕਿਹੜਾ ਹੈ ਜੀ, ਕਦੋਂ ਰੱਖਣੀ ਚਾਹੀਦੀ ਹੈ ਜੀ? ਜਿੱਦਾਂ ਕਿ ਅਸੀਂ ਹੁਣ ਹਾੜੀ ਦੀ ਮੌਸਮ ਦੀ ਗੱਲ ਕਰਦੇ ਹਾਂ ਕਿ ਇਹਦੇ ਵਿੱਚ 2 ਫਸਲਾਂ ਨੇ, ਹਰ ਇੱਕ ਫਸਲ ਦੇ ਵਿੱਚ ਦਵਾਈ ਰੱਖਣ ਦਾ ਸਮਾਂ ਜਿਹੜਾ ਹੈਗਾ ਉਹ ਵੱਖਰਾ ਹੈਗਾ। ਜਿੱਦਾਂ ਕਿ ਮੈਂ ਕਣਕ ਦੀ ਫਸਲ 'ਚ ਦੱਸਿਆ ਕਿ ਕਣਕ ਉਗਣ ਵੇਲੇ ਤੇ ਪੱਕਣ ਵੇਲੇ 2 ਟਾਈਮ ਦੇ ਉੱਤੇ ਨੁਕਸਾਨ ਕਰਦਾ ਹੈ। ਤੇ ਜਦੋਂ ਉਗਣ ਵੇਲੇ ਦਾ ਟਾਈਮ ਹੁੰਦਾ ਉਦੋਂ ਕਣਕ ਦੀ ਫਸਲ ਛੋਟੀ ਹੁੰਦੀ ਆ, ਉਸ ਵੇਲੇ ਜਦੋਂ ਕੋਈ ਵੀ ਫਸਲ ਛੋਟੀ ਹੈ, ਅਸੀਂ ਜਿਹੜੀ ਦਵਾਈ ਹੈ ਚੂਹੇ ਮਾਰ ਦਵਾਈ ਉਹ ਅਸੀਂ ਖੱਡਾਂ ਦੇ ਵਿੱਚ ਪਾਉਣੀ ਹੈ, ਖੁੱਲੀ ਨਹੀਂ ਰੱਖਣੀ। ਜੀ ਜੀ ਜੀ। ਸੋ ਖੱਡਾਂ ਦੇ ਵਿੱਚ ਪਾਉਣ ਵਾਸਤੇ ਅਸੀਂ ਜਿਹੜਾ ਜ਼ਹਿਰੀਲਾ ਚੋਗ ਹੈਗਾ 10-10 ਗ੍ਰਾਮ ਕਾਗਜ਼ ਦੇ ਟੁਕੜਿਆਂ 'ਚ ਪਾ ਕੇ ਅਸੀਂ ਪੁੜੀਆਂ ਬਣਾ ਲੈਣੀਆਂ ਨੇ। ਉਸ ਤੋਂ ਬਾਅਦ ਅਸੀਂ ਖੱਡਾਂ ਦੇ ਵਿੱਚ ਇੱਕ ਦਿਨ ਪਹਿਲਾਂ ਅਸੀਂ ਸਾਰੀਆਂ ਖੱਡਾਂ ਦੇ ਮੂੰਹ ਮਿੱਟੀ ਨਾਲ ਬੰਦ ਕਰ ਦੇਣੇ ਆ, ਤੇ ਅਗਲੇ ਦਿਨ ਜਿਹੜੀਆਂ ਤਾਜ਼ੀਆਂ ਖੁੱਲੀਆਂ ਖੱਡਾਂ ਹੋਣਗੀਆਂ ਉਹਨਾਂ ਦੇ ਵਿੱਚ ਅਸੀਂ ਜਿਹੜਾ ਚੋਗ ਦੀ ਜਿਹੜੀ ਪੁੜੀਆਂ ਹੈਗੀਆਂ 10-10 ਗ੍ਰਾਮ ਚੋਗ ਵਾਲੀਆਂ ਪੁੜੀਆਂ ਪਾ ਦੇਣੀਆਂ, 6 ਇੰਚ ਖੁੱਡ ਦੇ ਅੰਦਰ ਕਰ ਦੇਣੀਆਂ ਨੇ। ਜੀ ਜੀ ਜੀ। ਤੇ ਜਦੋਂ ਫਸਲ ਵੱਡੀ ਹੈ, ਹੁਣ ਪੱਕਣ ਵੇਲੇ ਜਦੋਂ ਅਸੀਂ ਰੱਖਣੀਆਂ, ਹੁਣ ਇਹ ਬਹੁਤ ਢੁਕਵਾਂ ਸਮਾਂ ਹੈ ਕਣਕ ਦੀ ਫਸਲ ਵਿੱਚ, ਫਰਵਰੀ-ਮਾਰਚ ਦੇ ਮਹੀਨੇ ਵਿੱਚ ਸਾਡੀ ਸਿਫਾਰਿਸ਼ ਹੈ ਕਿ ਅਸੀਂ ਚੋਗ ਦੇ ਵਿੱਚ ਰੱਖੀਏ। ਜੀ। ਤੁਸੀਂ ਆਪਣੇ ਖੇਤਾਂ ਦੇ ਵਿੱਚ ਸਰਵੇ ਕਰਨਾ ਹੈ, ਜੇਕਰ ਤੁਹਾਡੇ ਖੇਤਾਂ ਦੇ ਵਿੱਚ 1 ਕਿੱਲੇ ਦੇ ਵਿੱਚ 10 ਤੋਂ ਵੱਧ ਚੂਹਿਆਂ ਦੀਆਂ ਖੱਡਾਂ ਹਨ, ਫਿਰ ਤੁਸੀਂ ਜ਼ਹਿਰੀਲਾ ਚੋਗ ਤਿਆਰ ਕਰਨਾ ਹੈ। ਤੇ ਜ਼ਹਿਰੀਲਾ ਚੋਗ ਜਿਹੜਾ ਹੈ ਕਾਗਜ਼ ਦੇ ਟੁਕੜਿਆਂ ਦੇ ਉੱਤੇ ਤੁਸੀਂ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 40 ਥਾਵਾਂ ਤੇ ਰੱਖਣਾ ਹੈ, ਮਤਲਬ ਵੱਧ ਤੋਂ ਵੱਧ ਜਗ੍ਹਾ ਤੇ ਰੱਖਣਾ ਹੈ। ਜਿੰਨੀ ਜ਼ਿਆਦਾ ਵੱਧ ਤੋਂ ਵੱਧ ਜਗ੍ਹਾ ਤੇ ਰੱਖਾਂਗੇ ਉਨਾ ਹੀ ਚੂਹਿਆਂ ਦਾ ਉਹਨਾਂ ਦੇ ਸੰਪਰਕ 'ਚ ਆਉਣ ਦੀ ਸੰਭਾਵਨਾ ਵੱਧ ਜਾਏਗੀ,
ਵੱਧ ਤੋਂ ਵੱਧ ਚੂਹੇ ਉਸ ਨੂੰ ਖਾ ਕੇ ਮਰਨਗੇ। ਜੀ ਜੀ। ਤੇ ਮੈਡਮ ਇੱਕ ਚੀਜ਼ ਦੱਸਿਓ, ਪਿੰਡ ਪੱਧਰ ਤੇ ਜਿਵੇਂ ਆਪਾਂ ਕਈ ਮੁਹਿੰਮਾਂ ਸ਼ੁਰੂ ਕਰਦੇ ਆ, ਕਈ ਮੁਹਿੰਮਾਂ ਵਿੜਦੇ ਆ, ਉਹ ਪਿੰਡ ਪੱਧਰ ਤੇ ਮੁਹਿੰਮ ਆਰੰਭਣ ਦਾ ਉਹਦਾ ਕੀ ਫਾਇਦਾ ਕੀ ਹੁੰਦਾ ਜੀ? ਜਿਹੜੀ ਪਿੰਡ ਪੱਧਰ ਤੇ ਹੈਗਾ ਜੀ, ਆਪਾਂ ਕਈ ਵਾਰੀ ਕੀ ਕਰਦੇ ਹਾਂ ਵੀ ਇੱਕ ਫਾਰਮਰ ਨੇ ਆਪਣੇ ਖੇਤ ਦੇ ਵਿੱਚ ਚੂਹੇ ਮਾਰ ਦਵਾਈ ਪਾ ਕੇ ਜਾਂ ਹੋਰ ਤਰੀਕਿਆਂ ਦੇ ਨਾਲ ਚੂਹਿਆਂ ਦੀ ਰੋਕਥਾਮ ਕਰ ਲਈ, ਪਰ ਨਾਲ ਵਾਲੇ ਫਾਰਮਰ ਨੇ ਨਹੀਂ ਕੀਤੀ ਤੇ ਉਸ ਦੇ ਖੇਤ ਦੇ ਵਿੱਚੋਂ ਚੂਹਾ ਜਿਹੜਾ ਦੁਬਾਰਾ ਫਿਰ ਉਸ ਫਾਰਮਰ ਦੇ ਖੇਤ ਵਿੱਚ ਆ ਜਾਂਦਾ ਹੈ। ਤੇ ਇਸ ਤਰ੍ਹਾਂ ਜਿਹੜੀ ਸਮੱਸਿਆ ਜਿਹੜੀ ਉਹ ਖਤਮ ਨਹੀਂ ਹੁੰਦੀ, ਕਿਉਂਕਿ ਸਾਡਾ ਫਸਲੀ ਚੱਕਰ ਹੀ ਇਹੋ ਜਿਹਾ ਹੈਗਾ ਕਿ ਚੂਹੇ ਜਿਹੜੇ ਨੇ ਉਹ ਇੱਕ ਫਸਲ ਤੋਂ ਦੂਜੀ ਫਸਲ ਦੇ ਵਿੱਚ ਘੁੰਮਦੇ ਫਿਰਦੇ ਰਹਿੰਦੇ ਨੇ। ਇਸ ਕਰਕੇ ਇਹ ਜ਼ਰੂਰੀ ਹੈ ਕਿ ਅਸੀਂ ਪਿੰਡ ਪੱਧਰ ਤੇ ਹੋ ਕੇ ਸਾਰੇ ਕਿਸਾਨ ਵੀਰ ਜੇ ਇੱਕੋ ਟਾਈਮ ਦੇ ਉੱਤੇ ਆਪਣੇ ਖੇਤਾਂ ਦੇ ਵਿੱਚ ਚੂਹੇ ਮਾਰ ਮੁਹਿੰਮ ਚਲਾਉਣ ਤੇ ਉਹ ਆਪਾਂ ਪੂਰੀ ਤਰ੍ਹਾਂ ਦੇ ਚੂਹਿਆਂ ਦੇ ਉੱਤੇ ਕਾਬੂ ਪਾ ਸਕਦੇ ਹਾਂ। ਜੀ ਜੀ ਜੀ। ਬੜੀ ਖੂਬ ਜਾਣਕਾਰੀ ਮੈਡਮ ਹੁਣੇ ਦੱਸ ਰਹੇ ਨੇ। ਸਾਡੇ ਨਾਲ ਸੁਖਪਾਲ ਸਿੰਘ ਜੀ ਜੁੜ ਚੁੱਕੇ ਨੇ, ਸਾਬਕਾ ਪਸਾਰ ਸਿੱਖਿਆ ਮਾਹਰ ਨੇ। ਜਸਵਿੰਦਰ ਧਰਨੀ ਜੀ ਜੁੜ ਚੁੱਕੇ ਨੇ। ਮੈਡਮ ਜਿਹੜੀ ਤੁਸੀਂ ਇਹ ਗੱਲਾਂ ਸਾਰੀਆਂ ਜਿਹੜੀਆਂ ਕੀਤੀਆਂ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੀ ਤੁਸੀਂ ਜਿਵੇਂ ਹੁਣ ਵਾਰਤਾਲਾਪ ਦਾ ਆਪ ਸੁਣ ਹੀ ਰਹੇ ਆ ਵੀ ਹਾਂ ਫੇਸਬੁੱਕ ਤੇ YouTube ਤੇ ਲੱਖਾਂ ਦੀ ਗਿਣਤੀ ਤੱਕ ਅਸੀਂ ਕਿਸਾਨ ਵੀਰਾਂ ਭੈਣਾਂ ਭਰਾਵਾਂ ਤੱਕ ਪਹੁੰਚਣਾ ਵਾ, ਕਿ ਇੱਦਾਂ ਦੇ ਕੋਈ ਤੁਸੀਂ ਲੇਖ ਵੀ ਲਿਖਦੇ ਰਹਿੰਦੇ ਹੋ? ਆਹ ਜਿਹੜਾ ਫਰਵਰੀ ਦਾ ਅੰਕ ਹੈ ਮੈਂ ਵੇਖਦਾ ਸੀਗਾ, ਇਹਦੇ 'ਚ ਆਹ ਦੇਖਿਓ, ਤੁਸੀਂ ਦੱਸੋ ਵੀ ਇਹ ਲੇਖ ਲਿਖਣ ਦਾ ਇਹਦਾ ਕੀ ਪ੍ਰਕਾਸ਼ਨ ਦਾ ਫਾਇਦਾ ਕੀ, ਇਹਦੇ ਨਾਲੇ ਲੇਖ ਵੀ ਇਹਦੇ 'ਚ ਤੁਸੀਂ ਸਾਰਾ ਵੀ ਦਵਾਈਆਂ ਦੀ ਮਿਕਦਾਰ, ਦਵਾਈਆਂ ਦਾ ਨਾਂ, ਉਹਨਾਂ ਦੀ ਵਿਧੀ ਤਿਆਰ ਕਰਦੇ, ਉਹ ਸਾਰਾ ਕੁਝ ਲਿਖਿਆ, ਇਹਦੇ ਬਾਰੇ ਜ਼ਿਕਰ ਕਰੋ ਜੀ। ਦੇਖੋ ਅਸੀਂ ਹੁਣ ਸਾਰੀ ਜਗ੍ਹਾ ਨਹੀਂ ਪਹੁੰਚ ਸਕਦੇ ਤੇ ਅਸੀਂ ਲੇਖਾਂ ਦੇ ਰਾਹੀਂ ਜਾਂ ਜਿੱਦਾਂ ਅੱਜ ਅਸੀਂ ਫੇਸਬੁੱਕ ਨਾਲ ਤੁਹਾਡੇ ਸਾਰਿਆਂ ਨਾਲ ਜੁੜੇ ਆ ਜਾਂ YouTube ਚੈਨਲ ਨਾਲ ਜੁੜੇ ਆ, ਅਸੀਂ ਇਹਨਾਂ ਲੇਖਾਂ ਰਾਹੀਂ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਤੇ ਜੋ ਅਸੀਂ ਟੈਕਨੋਲੋਜੀਜ਼, ਜੋ ਅਸੀਂ ਸਿਫਾਰਸ਼ਾਂ ਜਿਹੜੀਆਂ ਨੇ ਤੁਹਾਡੇ ਫਾਇਦੇ ਵਾਸਤੇ ਅਸੀਂ ਡਿਵੈਲਪ ਕੀਤੀਆਂ ਨੇ, ਅਸੀਂ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਇਹਨਾਂ ਲੇਖਾਂ ਦੀ ਜਿਹੜੀ ਬਹੁਤ ਹੀ ਜ਼ਿਆਦਾ ਅਹਿਮੀਅਤ ਹੈ। ਸੋ ਅਸੀਂ ਇੱਦਾਂ ਦੇ ਲੇਖ ਜਿਹੜੇ ਲਿਖਦੇ ਵੀ ਰਵਾਂਗੇ ਤੇ ਇਹਨਾਂ ਲੇਖਾਂ ਦੇ ਥੱਲੇ ਸਾਡਾ ਨੰਬਰ ਵੀ ਦਿੱਤਾ ਹੋਇਆ, ਜਾਂ ਤੁਸੀਂ ਸਾਡਾ ਨੰਬਰ ਉਸ ਤਰ੍ਹਾਂ ਵੀ ਲੈ ਸਕਦੇ ਹੋ ਤੇ ਤੁਸੀਂ ਸਾਨੂੰ ਕਾਲ ਕਰਕੇ ਵੀ ਜੇ ਕੋਈ ਵੀ ਤੁਹਾਨੂੰ ਸਮੱਸਿਆ ਹੋਵੇ ਕਿਸੇ ਵੀ ਤਰੀਕੇ ਦੀ ਚੂਹਿਆਂ ਨਾਲ ਸੰਬੰਧਿਤ ਤੁਸੀਂ ਸਾਡੇ ਤੋਂ ਜਾਣਕਾਰੀ ਲੈ ਸਕਦੇ ਹੋ। ਤੇ ਮੈਡਮ ਤੁਸੀਂ ਆਪਣਾ ਫੋਨ ਨੰਬਰ ਦੱਸ ਹੀ ਦਿਓ ਜੀ। ਹਾਂਜੀ, ਇਹ ਮੁਖੀ ਨੇ ਮੈਡਮ ਨੀਨਾ ਸਿੰਗਲਾ ਜੀ, ਜੀਓਲੋਜੀ ਵਿਭਾਗ ਦੇ। ਇਹ ਤੁਸੀਂ ਨੰਬਰ ਲਓਗੇ, ਜੇ ਕਿਸੇ ਤਰ੍ਹਾਂ ਤੁਸੀਂ ਕੋਈ ਮੁਹਿੰਮ ਵਿੱਢਣੀ ਹੈ ਤਾਂ ਇਹਨਾਂ ਦੀ ਟੀਮ ਉੱਥੇ ਬੜੇ ਵਧੀਆ ਤਰੀਕੇ ਨਾਲ ਪਹੁੰਚ ਸਕਦੀ ਹੈ। ਇੱਥੇ ਗੱਲ ਵਰਣਨਯੋਗ ਹੈ, ਭਾਰਤ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਜਿਹੜੇ ਰੇਲਵੇ ਸਟੇਸ਼ਨ ਹੈ ਉਹਨਾਂ ਦੇ ਵਿੱਚ ਵੀ ਹਾਂ ਬਿਲਕੁਲ ਚੂਹੇ ਦਾ ਖਾਤਮਾ ਕਰਨ ਦੇ ਲਈ ਇਹਨਾਂ ਦੀ ਟੀਮ ਨੂੰ ਸੰਪਰਕ ਕੀਤਾ ਗਿਆ ਤੇ ਬੜਾ ਸਫਲਤਾਪੂਰਵਕ ਉਹਦੇ ਰਿਜ਼ਲਟ ਵੀ ਆਏ ਆ। ਵਧਾਈ ਦੇ ਪਾਤਰ ਤੁਹਾਡੀ। ਅਸੀਂ ਰੀਸੈਂਟ ਵੀ ਅਸੀਂ ਸਰਵੇ ਕੀਤਾ, ਸਾਨੂੰ ਉੱਥੇ ਇੱਕ ਵੀ ਚੂਹਾ ਨਜ਼ਰ ਨਹੀਂ ਆਇਆ ਰੇਲਵੇ ਸਟੇਸ਼ਨ। ਇਹ ਮੈਡਮ ਇਹ ਤੁਹਾਡੀ ਕਿ ਤੁਸੀਂ ਜਿਵੇਂ ਤਨਦੇਹੀ ਨਾਲ, ਸ਼ਿੱਦਤ ਦੇ ਨਾਲ ਤੁਸੀਂ ਚੂਹਾ ਮਗਰ ਲੱਗੇ ਹੋਏ ਹੋ, ਉਹਨਾਂ ਤੋਂ ਸਾਨੂੰ ਛੁਟਕਾਰਾ ਦਿਵਾ ਰਹੇ ਹੋ, ਕਿਸਾਨ ਵੀਰਾਂ ਨੂੰ ਛੁਟਕਾਰਿਆਂ ਦੀ ਟੀਮ ਦਿਵਾ ਰਹੀ ਹੈ। ਮੈਡਮ ਤੁਸੀਂ ਨੰਬਰ ਵੀ ਜ਼ਰੂਰ ਸਾਂਝਾ ਕਰੋ। ਨੰਬਰ ਨੋਟ ਕਰ ਲਓ ਜੀ, 9357 325 446। ਮੈਡਮ ਪੰਜਾਬੀ ਚ ਵੀ ਦੱਸ ਦਿਓ, ਮੈਨੂੰ ਦੱਸ ਦਿਓ। 93 9357 325 446। ਪੰਜਾਬੀ ਚ ਮੈਂ ਬੋਲਣ ਲੱਗੀ ਭੁੱਲ ਜਾਗੀ ਨਹੀਂ। 93573 25446। ਹਾਂਜੀ, ਮੈਂ ਦੁਬਾਰਾ ਫਿਰ ਨੋਟ ਕਰਦਾ, 93573 25446 ਮੈਡਮ ਦਾ ਨੰਬਰ ਹੈ। ਬਹੁਤ ਖੂਬ ਮੈਡਮ, ਤੁਸੀਂ ਬੜੀ ਤੁਸੀਂ ਹੁਣੀ ਦੇਖ ਰਹੇ ਸੀ ਕਿ ਫਾਰਮਰ ਦਾ ਇੱਕ ਕੁਐਸਚਨ ਵੀ ਸੀਗਾ ਕਿ ਜਿਹੜੀ ਸੌਫਟ ਵੈਰਾਈਟੀ ਕਮਾਦ ਦੀ ਹੁੰਦੀ ਹੈ ਉਹਦੇ ਚ ਚੂਹਿਆਂ ਦਾ ਨੁਕਸਾਨ ਜ਼ਿਆਦਾ। ਹਾਂ, ਇਹ ਜਸਵਿੰਦਰ ਧਰਨ ਜੀ ਦਾ ਸਵਾਲ ਸੀਗਾ। ਉਹ ਕਹਿੰਦੇ ਨੇ ਸ਼ੂਗਰ ਕੰਟੈਂਟ ਜਿਹੜੀ ਗੰਨੇ ਦੀ ਵੈਰਾਈਟੀ ਆ ਕੌਜ 85 ਉਹਦੇ ਵਿੱਚ ਕੰਪੈਰੀਟਿਵਲੀ ਜ਼ਿਆਦਾ ਹੁੰਦਾ ਵੀ ਅਟੈਕ ਇਹਦਾ ਚੂਹਿਆਂ ਦਾ। ਇਹਦੇ ਬਾਰੇ ਤੁਸੀਂ ਕੀ? ਕਿਉਂਕਿ ਇਹ ਜਿਹੜੀ ਜ਼ਿਆਦਾ ਮਿੱਠੀ ਵੈਰਾਈਟੀ ਹੈ ਤੇ ਇਹਦਾ ਜਿਹੜਾ ਛਿਲਕਾ ਹੁੰਦਾ ਉਹ ਵੀ ਬੜਾ ਸੌਫਟ ਹੁੰਦਾ ਤੇ ਉਹਨੂੰ ਚੂਹਾ ਬਹੁਤ ਛੇਤੀ ਜਿਹੜਾ ਹੈ ਉਹਨੂੰ ਕੱਟ ਸਕਦਾ ਹੈਗਾ ਤੇ ਉਸ ਨੂੰ ਵੈਸੇ ਤਾਂ ਚੂਹਾ ਸਾਰੀ ਹਾਰਡ ਵੈਰਾਈਟੀ ਨੂੰ ਵੀ ਕੱਟ ਦਿੰਦਾ, ਪਰ ਜੇ ਅਸੀਂ ਕੰਪੈਰੀਜ਼ਨ ਕਰੀਏ ਤੇ ਜਿਹੜੀ ਸੌਫਟ ਰਿੰਡ ਵਾਲੀ ਵੈਰਾਈਟੀ ਆ ਉਹਨੂੰ ਚੂਹਿਆਂ ਦਾ ਜ਼ਿਆਦਾ ਨੁਕਸਾਨ ਦੇਖਿਆ ਗਿਆ। ਜੀ ਜੀ। ਤੇ ਕਮਾਦ ਵਿੱਚ ਅਸੀਂ ਇਹਨਾਂ ਨੂੰ ਥੋੜਾ ਦੱਸਣਾ ਭੁੱਲ ਗਏ ਵੀ ਕਮਾਦ ਦੇ ਵਿੱਚ ਵੀ ਟਾਈਮ ਹੈਗਾ, ਜੇ ਤਾਂ ਮੈਂ ਥੋੜਾ ਮੈਡਮ ਪਲੀਜ਼ ਜਾਣਕਾਰੀ ਕਮਾਦ ਦੇ ਵਿੱਚ ਜਿਹੜਾ ਹੈਗਾ ਉਹ ਵੀ ਚੂਹਿਆਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਕਮਾਦ ਦੇ ਵਿੱਚ ਕਰਨੀ, ਕਿਉਂਕਿ ਕਮਾਦ ਦੇ ਵਿੱਚ ਜਦੋਂ ਅਸੀਂ ਆਸੇ-ਪਾਸੇ ਝੋਨਾ ਲੱਗਿਆ ਹੁੰਦਾ ਤੇ ਸਾਰੇ ਚੂਹੇ ਕਮਾਦ ਦੇ ਖੇਤ ਵਿੱਚ ਚਲੇ ਜਾਂਦੇ ਆ। ਜੀ ਤੇ ਉਸ ਤੋਂ ਬਾਅਦ ਜਦੋਂ ਆਪਾਂ ਝੋਨਾ ਕੱਟਦੇ ਆ, ਝੋਨਾ ਲੱਗਿਆ ਹੁੰਦਾ ਸਤੰਬਰ ਦੇ ਵਿੱਚ ਤੇ ਕਮਾਦ ਦੇ ਵਿੱਚੋਂ ਹੀ ਝੋਨੇ ਦੀ ਖੇਤ ਦੇ ਵਿੱਚ ਆ ਕੇ ਚੂਹੇ ਨੁਕਸਾਨ ਕਰਦੇ ਨੇ। ਫਿਰ ਜਦੋਂ ਅਸੀਂ ਝੋਨਾ ਕੱਟ ਲੈਂਦੇ ਆ ਤੇ ਚੂਹੇ ਫੇਰ ਕਮਾਦ ਦੇ ਵਿੱਚ ਚਲੇ ਜਾਂਦੇ ਨੇ। ਫਿਰ ਜਦੋਂ ਅਸੀਂ ਕਣਕ ਬੀਜਦੇ ਆ ਕਮਾਦ ਚੋਂ ਆ ਕੇ ਕਣਕ 'ਚ ਨੁਕਸਾਨ ਕਰਦੇ ਆ, ਕਣਕ ਦੀ ਵਾਢੀ ਤੋਂ ਬਾਅਦ ਫੇਰ ਕਮਾਦ ਦੇ ਵਿੱਚ ਚਲੇ ਜਾਂਦੇ ਨੇ। ਸੋ ਕਮਾਦ ਦੇ ਵਿੱਚ ਇਹਨਾਂ ਟਾਈਮਿੰਗਸ ਦੇ ਉੱਤੇ ਜਦੋਂ ਅਸੀਂ ਝੋਨਾ ਲਾਇਆ ਹੋਇਆ, ਪਾਣੀ ਲੱਗਾ ਹੋਇਆ ਜੁਲਾਈ ਅਗਸਤ ਦੇ ਮਹੀਨਿਆਂ ਵਿੱਚ, ਤੇ ਇਸੇ ਤਰ੍ਹਾਂ ਜਦੋਂ ਅਸੀਂ ਝੋਨਾ ਕੱਟ ਲੈਂਦੇ ਆ ਅਕਤੂਬਰ ਨਵੰਬਰ ਦੇ ਮਹੀਨੇ ਵਿੱਚ, ਉਸ ਵੇਲੇ ਅਸੀਂ ਕਮਾਦ ਦੇ ਵਿੱਚ ਜ਼ਰੂਰ ਚੂਹੇ ਮਾਰ ਜਿਹੜੀ ਰੋਕਥਾਮ ਜਿਹੜੀ ਕਰਨੀ ਆ। 2 ਤਰੀਕੇ ਦੀਆਂ ਜਿਹੜੀਆਂ ਮੈਂ ਦਵਾਈਆਂ ਦੱਸੀਆਂ ਨੇ, ਇੱਕ ਜ਼ਿੰਕ ਫਾਸਫਾਈਡ ਤੇ ਬ੍ਰੋਮੋਡਰੋਨ। ਤੇ ਜਦੋਂ ਵੀ ਅਸੀਂ ਕਮਾਦ ਦੇ ਵਿੱਚ, ਕਿਉਂਕਿ ਚੂਹੇ ਦੀ ਜਨਸੰਖਿਆ ਜ਼ਿਆਦਾ ਹੁੰਦੀ ਆ
ਤੇ ਅਸੀਂ ਪਹਿਲਾਂ ਜ਼ਿੰਕ ਫਾਸਫੇਟ ਦਵਾਈ ਦਾ ਚੋਗ ਰੱਖਣਾ ਹੈ ਤੇ ਉਸ ਤੋਂ 15 ਦਿਨਾਂ ਬਾਅਦ ਬਚੇ ਹੋਏ ਚੂਹਿਆਂ ਨੂੰ ਮਾਰਨ ਵਾਸਤੇ ਅਸੀਂ ਬ੍ਰੋਮੋਡੋਲੋਨ ਦਵਾਈ ਦੀ ਵਰਤੋਂ ਕਰਨੀ ਹੈ। ਕਿਉਂਕਿ ਜੇ ਅਸੀਂ ਇੱਕੋ ਵਾਰੀ ਜ਼ਿੰਕ ਫਾਸਫੇਟ ਦਵਾਈ ਪਾਈ ਤੇ ਜਿਹੜੇ ਬਚੇ ਹੋਏ ਚੂਹੇ ਆ ਉਹਨਾਂ ਨੂੰ ਅਸੀਂ ਰੋਕਥਾਮ ਉਹਨਾਂ ਦੀ ਨਹੀਂ ਕੀਤੀ ਤੇ ਉਹ ਚੂਹੇ ਥੋੜੀ ਦੇਰ ਬਾਅਦ ਆਪਣਾ ਵਾਧਾ ਜਿਹੜਾ ਵਧਾ ਕੇ ਦੁਬਾਰਾ ਫਿਰ ਉੱਥੇ ਉਸਨੀ ਜਨਸੰਖਿਆ ਤੇ ਉਹ ਸਮੱਸਿਆ ਉੱਥੇ ਕਿਉਂਕਿ ਇਹਨਾਂ ਦੀ ਜਨਨ ਜੋ ਸ਼ਕਤੀ ਹੈ ਬਹੁਤ ਤੇਜ਼ ਹੁੰਦੀ ਹੈ। ਹਾਂਜੀ, ਉਹਦੇ ਕਰਕੇ ਬਹੁਤ ਤੇਜ਼ ਹੁੰਦੀ ਹੈ। ਇਸ ਕਰਕੇ ਜਿਹੜਾ ਹੈ ਇੱਕ ਵਾਰੀ ਜਦੋਂ ਤੁਸੀਂ ਜ਼ਿੰਕ ਫਾਸਫੇਟ ਦਵਾਈ ਦਾ ਇਸਤੇਮਾਲ ਕਰਨਾ ਤੇ 15 ਦਿਨਾਂ ਬਾਅਦ ਜਿਹੜੀ ਬ੍ਰੋਮੋਡੋਲੋਨ ਦਵਾਈ ਹੈ ਉਹਨੂੰ ਪਾ ਕੇ ਬਾਕੀ ਦੇ ਬਚੇ ਹੋਏ ਚੂਹਿਆਂ ਦਾ ਖਾਤਮਾ ਜ਼ਰੂਰ ਕਰਨਾ। ਬਹੁਤ ਵਧੀਆ। ਤੇ ਜੇਕਰ ਹੁਣ ਇਸ ਵਾਰੀ ਮਹੀਨੇ ਜਨਵਰੀ ਫਰਵਰੀ ਦੇ ਵਿੱਚ ਵੀ ਕੁਝ ਕਿਸਾਨ ਵੀਰ ਜਿਹੜੇ ਹੈਗੇ ਨੇ ਉਹ ਕਮਾਦ ਜਿਹੜਾ ਲੇਟ ਵੜਦੇ ਨੇ ਜੀ, ਖੜੇ ਰਹਿੰਦੇ ਨੇ, ਉਹ ਕਮਾਦ ਜਿਹੜੇ ਉਹਨਾਂ ਦੇ ਵਿੱਚ ਜ਼ਿਆਦਾ ਨੁਕਸਾਨ ਦੇਖਿਆ ਗਿਆ ਕਿਉਂਕਿ ਆਸੇ-ਪਾਸੇ ਦੀਆਂ ਫਸਲਾਂ ਤੋਂ ਸਾਰੇ ਚੂਹੇ ਜਿਹੜੇ ਉਸ ਛੋਟਾ ਜਿਹੜਾ ਟੁਕੜਾ ਅਸੀਂ ਖੇਤ ਦੇ ਵਿੱਚ ਛੱਡ ਦਿੰਦੇ ਆ ਕਮਾਦ ਦਾ ਉਹਦੇ ਵਿੱਚ ਚਲੇ ਜਾਂਦੇ ਨੇ। ਤੇ ਜੇ ਉਹ ਕਮਾਦ ਉਹਨਾਂ ਕਿਸੇ ਫਾਰਮਰ ਨੇ ਰੱਖਿਆ ਹੋਇਆ ਤੇ ਹੁਣ ਢੁਕਵਾਂ ਸਮਾਂ ਹੈ ਕਿ ਅਸੀਂ ਉਹਦੇ ਵਿੱਚ ਵੀ ਦਵਾਈ ਪਾਈਏ ਕਿ ਇਹਦੇ ਨਾਲ ਅਸੀਂ ਇੱਕ ਤਾਂ ਕਮਾਦ ਦੇ ਵਿੱਚ ਚੂਹਿਆਂ ਦੀ ਰੋਕਥਾਮ ਕਰਾਂਗੇ ਤੇ ਨਾਲ ਹੀ ਅਸੀਂ ਕਣਕ ਦੀ ਫਸਲ ਨੂੰ ਵੀ ਚੂਹਿਆਂ ਦੇ ਨੁਕਸਾਨ ਤੋਂ ਬਚਾ ਪਾਵਾਂਗੇ। ਜੀ ਜੀ ਮੈਡਮ, ਬਹੁਤ ਖੂਬ ਜਾਣਕਾਰੀ ਤੁਸੀਂ ਦੇ ਰਹੇ ਹੋ। ਤੁਸੀਂ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੋਗੇ ਜਦੋਂ ਅਸੀਂ ਚੋਗ ਬਣਾਉਣਾ, ਜਦੋਂ ਕਿਉਂਕਿ ਰਸਾਇਣ ਨੇ ਉਹਨਾਂ ਦੀ ਵਰਤੋਂ ਕਰਦੇ ਕਿਹੜੀਆਂ ਸਾਵਧਾਨੀਆਂ ਆਪਾਂ ਧਿਆਨ 'ਚ ਰੱਖਣੀਆਂ, ਉਹ ਤੁਸੀਂ ਜ਼ਰੂਰ ਵੀ ਅੰਡਰਲਾਈਨ ਕਰਕੇ ਸਾਡੇ ਦਰਸ਼ਕਾਂ ਨਾਲ ਸਾਡੇ ਪਾਠਕਾਂ ਨਾਲ ਸਾਂਝੀਆਂ ਕਰੋ ਜੀ ਪਲੀਜ਼। ਇੱਕ ਤਾਂ ਜਿਹੜੇ ਵੀ ਜ਼ਹਿਰੀਲਾ ਦਵਾਈ ਹੈਗੀ ਆ ਉਹਨੂੰ ਕਦੀ ਵੀ ਪਾਲਤੂ ਜਾਨਵਰ ਜਾਂ ਜਿਹੜੇ ਆਪਣੇ ਬੱਚੇ ਹੈਗੇ ਛੋਟੇ ਬੱਚੇ ਉਹਨਾਂ ਦੀ ਪਹੁੰਚ ਤੋਂ ਦੂਰ ਰੱਖਣੀ ਚਾਹੀਦੀਆਂ ਨੇ। ਘਰਾਂ ਦੇ ਵਿੱਚ ਦਵਾਈ ਨਹੀਂ ਰੱਖਣੀ ਚਾਹੀਦੀ ਲਿਆ ਕੇ। ਤੇ ਇਸ ਦਾ ਜਦੋਂ ਅਸੀਂ ਚੋਗ ਤਿਆਰ ਕਰਨਾ ਇਹਦੇ ਵਾਸਤੇ ਸਾਨੂੰ ਅਲੱਗ ਹੀ ਭਾਂਡੇ ਵਰਤਣੇ ਚਾਹੀਦੇ, ਰਸੋਈ ਵਾਲੇ ਭਾਂਡੇ ਨਹੀਂ ਵਰਤਣੇ ਚਾਹੀਦੇ। ਤੇ ਭਾਂਡੇ ਵਰਤਣ ਤੋਂ ਬਾਅਦ ਜਿਹੜੇ ਭਾਂਡੇ ਨੇ ਤੇ ਹੋਰ ਜਿਹੜੀਆਂ ਅਸੀਂ ਚੀਜ਼ਾਂ ਇਸਤੇਮਾਲ ਕੀਤੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਜਿਹੜੀਆਂ ਸਾਨੂੰ ਸੇਫ ਜਗ੍ਹਾ ਦੇ ਉੱਤੇ ਰੱਖਣੀਆਂ ਚਾਹੀਦੀਆਂ। ਤੇ ਜਿਹੜਾ ਅਸੀਂ ਚੋਗਾ ਤਿਆਰ ਕਰਨਾ ਹੈਗਾ ਉਹ ਚੋਗਾ ਅਸੀਂ ਲਿਜਾ ਕੇ ਜਦੋਂ ਅਸੀਂ ਖੇਤ ਦੇ ਵਿੱਚ ਪਾ ਲਿਆ ਉਸ ਤੋਂ ਬਾਅਦ ਜਿਹੜਾ ਬਚਿਆ ਹੋਇਆ ਚੋਗਾ 2-3 ਦਿਨਾਂ ਬਾਅਦ ਚੋਗਾ ਜਿਹੜਾ ਬਚ ਜਾਂਦਾ ਜਾਂ ਚੂਹੇ ਮਰੇ ਹੋਏ ਹੁੰਦੇ ਨੇ ਉਹਨਾਂ ਨੂੰ ਸਾਨੂੰ ਚੱਕ ਕੇ ਟੋਆ ਪੁੱਟ ਕੇ ਦਬਾ ਦੇਣਾ ਚਾਹੀਦਾ ਜੀ। ਕਿਉਂਕਿ ਜਿਹੜਾ ਚੂਹੇ ਖਾ ਕੇ ਜੇ ਉਹਨਾਂ ਦੇ ਕੁਦਰਤੀ ਦੁਸ਼ਮਣ ਵੀ ਹੁੰਦੇ ਨੇ ਚੂਹਿਆਂ ਦੇ ਖੇਤ ਦੇ ਵਿੱਚ ਜਿਵੇਂ ਸੱਪ, ਨਿਓਲਾ, ਗੋਹ ਵਗੈਰਾ ਹੋ ਗਏ ਤੇ ਜੇ ਉਹ ਵੀ ਦਵਾਈ ਖਾਦੇ ਹੋਏ ਚੂਹੇ ਨੂੰ ਖਾ ਲੈਣ ਤੇ ਉਹ ਉਹਨਾਂ ਦੇ ਵਿੱਚ ਵੀ ਜ਼ਹਿਰ ਜਿਹੜਾ ਜਾ ਸਕਦਾ ਹੈ। ਇਸ ਕਰਕੇ ਸਾਨੂੰ ਉਹਨਾਂ ਕੁਦਰਤੀ ਦੁਸ਼ਮਣਾਂ ਦੀ ਵੀ ਰਾਖੀ ਕਰਨੀ ਚਾਹੀਦੀ ਹੈ ਚੂਹਿਆਂ ਦੇ, ਤਾਂ ਕਿ ਉਹ ਵੀ ਕੁਦਰਤੀ ਤਰੀਕੇ ਨਾਲ ਚੂਹਿਆਂ ਦੀ ਰੋਕਥਾਮ ਕਰਨ 'ਚ ਸਾਡੀ ਸਹਾਇਤਾ ਕਰ ਸਕਣ। ਸੋ ਇਸ ਕਰਕੇ ਅਸੀਂ ਮਰੇ ਹੋਏ ਚੂਹੇ ਤੇ ਜਿਹੜਾ ਬਚਿਆ ਹੋਇਆ ਚੋਗਾ ਹੈ ਉਹਨੂੰ ਚੱਕ ਕੇ ਸਾਨੂੰ ਟੋਆ ਪੁੱਟ ਕੇ ਦਬਾ ਦੇਣਾ ਚਾਹੀਦਾ। ਜੀ 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 ਮੈਡਮ, ਗੱਲਬਾਤ ਦਾ ਸਿਲਸਿਲਾ ਇੰਨਾ ਵਧੀਆ ਜਾਰੀ ਹੈ ਵੀ ਕਿਉਂਕਿ ਮੈਂ ਦੇਖ ਰਿਹਾ ਫੇਸਬੁੱਕ ਤੇ YouTube ਤੇ ਲਗਾਤਾਰ ਨਿਰੰਤਰ ਸੁਨੇਹੇ ਆ ਰਹੇ ਨੇ। ਤੁਹਾਡਾ ਨੰਬਰ ਅਸੀਂ ਫਲੈਸ਼ ਕਰਤਾ, ਮੈਂ ਇੱਕ ਵਾਰੀ ਨੰਬਰ ਫਿਰ ਰਿਪੀਟ ਕਰ ਦਿੰਦਾ 93 573 25 446। ਇਹ ਹੈੱਡ ਆਫ ਦ ਡਿਪਾਰਟਮੈਂਟ ਮੁਖੀ ਨੇ ਜੂਲੌਜੀ ਵਿਭਾਗ ਦੇ। ਇਹਨਾਂ ਦੀ ਇੱਕ ਟੀਮ ਬੜੀ ਮੁਸਤੈਦੀ ਦੇ ਨਾਲ ਸਾਰੇ ਪੰਜਾਬ 'ਚ ਸਰਗਰਮ ਹੈ। ਹੁਣ ਜਿਵੇਂ ਮੈਡਮ ਨੇ ਪਹਿਲਾਂ ਇਹ ਦੱਸਿਆ, ਮੈਂ ਚਾਹੂੰਗਾ ਵੀ ਉਹਦੇ ਬਾਰੇ ਵੀ 1 ਮਿੰਟ 'ਚ ਸੰਖੇਪ 'ਚ ਜ਼ਰੂਰ ਦੱਸਣ। ਜਿਹੜਾ ਭਾਰਤ ਸਰਕਾਰ ਦਾ ਤੁਹਾਨੂੰ ਜਿਹੜੇ ਰੇਲਵੇ ਟਰੈਕ ਨੇ, ਜਿਹੜੇ ਰੇਲਵੇ ਸਟੇਸ਼ਨ ਉਹਨਾਂ 'ਚ ਕਾਫੀ ਵੱਡੀ ਸਮੱਸਿਆ ਚੂਹਿਆਂ ਦੀ ਕਿਉਂਕਿ ਉਹ ਖੋਖਲਾ ਕਰ ਦਿੰਦੇ ਨੇ ਟਰੈਕ ਨੂੰ, ਉਹਦੇ ਬਾਰੇ ਤੁਸੀਂ 1 ਮਿੰਟ 'ਚ ਮੈਡਮ ਦੱਸਿਓ ਜ਼ਰੂਰ। ਦੇਖੋ, ਅਸੀਂ ਰੇਲਵੇ ਸਟੇਸ਼ਨਾਂ ਦੇ ਵਿੱਚ ਤੁਸੀਂ ਪਹਿਲਾਂ ਦੇਖਦੇ ਰਹੋਗੇ ਲੁਧਿਆਣੇ ਰੇਲਵੇ ਸਟੇਸ਼ਨ ਜਾਂ ਹੋਰ ਤੁਸੀਂ ਕਿਤੇ ਵੀ ਇੱਧਰ ਫਿਰੋਜ਼ਪੁਰ, ਕਪੂਰਥਲਾ, ਜਲੰਧਰ ਰੇਲਵੇ ਸਟੇਸ਼ਨ 'ਤੇ ਤੁਸੀਂ ਜਾ ਕੇ ਵੇਖਿਆ ਹੋਵੇਗਾ ਕਿ ਚੂਹੇ ਜਿਹੜੇ ਨੇ ਆਮ ਹੀ ਰੇਲਵੇ ਲਾਈਨਾਂ ਦੇ ਵਿੱਚ ਫਿਰਦੇ ਰਹਿੰਦੇ ਸੀਗੇ। ਉਹ ਚੂਹੇ ਜਿਹੜੇ ਨੇ ਰੇਲਵੇ ਲਾਈਨਾਂ ਦੇ ਥੱਲੇ ਆਪਣੀਆਂ ਖੱਡਾਂ ਬਣਾ ਲੈਂਦੇ ਨੇ। ਉਹ ਜਦੋਂ ਖੱਡਾਂ ਬਣਾਉਂਦੇ ਨੇ ਜ਼ਮੀਨ ਪੋਲੀ ਹੋ ਜਾਂਦੀ ਆ ਤੇ ਉਹਦੇ ਨਾਲ ਕੀ ਹੋ ਸਕਦਾ ਵੀ ਕਦੀ ਵੀ ਰੱਬ ਨਾ ਕਰੇ ਕਿ ਟ੍ਰੇਨ ਉੱਤੋਂ ਲੰਘ ਰਹੀ ਹੋਵੇ ਤੇ ਟ੍ਰੇਨ ਜਿਹੜੀ ਆਪਣੀ ਥੱਲੇ ਰੇਲਵੇ ਲਾਈਨ ਹੈਗੀ ਉਹ ਥੱਲੇ ਬੈਠ ਸਕਦੀ ਹੈ ਤੇ ਉਹਦੇ ਨਾਲ ਕੋਈ ਵੀ ਐਕਸੀਡੈਂਟ ਹੋ ਸਕਦੇ ਨੇ। ਤੇ ਉਹਨਾਂ ਇਹੋ ਜਿਹੇ ਐਕਸੀਡੈਂਟਸ ਤੋਂ ਬਚਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਰੇਲਵੇ ਸਟੇਸ਼ਨ ਜਿਹੜੇ ਹੈਗੇ ਉੱਥੇ ਚੂਹਿਆਂ ਦੀ ਪ੍ਰੋਪਰ ਰੋਕਥਾਮ ਹੋਣੀ ਚਾਹੀਦੀ ਆ। ਤੇ ਜ਼ਿਆਦਾਤਰ ਉੱਥੇ ਰੇਲਵੇ ਸਟੇਸ਼ਨ ਤੇ ਅਸੀਂ ਦੇਖਿਆ ਕਿ ਚੂਹਿਆਂ ਦੀ ਜਿਹੜੀ ਜਨਸੰਖਿਆ ਕਿਉਂ ਜ਼ਿਆਦਾ ਹੁੰਦੀ ਹੈ ਕਿ ਕਿਉਂਕਿ ਉੱਥੇ ਜਿਹੜੇ ਵੈਂਡਰਸ ਹੈਗੇ ਨੇ ਉਹ ਘੁੰਮਦੇ ਰਹਿੰਦੇ ਨੇ, ਕੁਛ ਨਾ ਕੁਛ ਵੇਚਣ ਵਾਲੇ, ਖਾਣ ਪੀਣ ਵਾਲੇ ਰੇਲਵੇ ਸਟੇਸ਼ਨਾਂ ਦੇ ਉੱਤੇ। ਜਾਂ ਆਪਾਂ ਵੀ ਉਹਦੇ ਵਾਸਤੇ ਬਹੁਤ ਹੱਦ ਤੱਕ ਜ਼ਿੰਮੇਵਾਰ ਹੁੰਦੇ ਹਾਂ ਕਿ ਅਸੀਂ ਜਿੱਦਾਂ ਰੇਲਵੇ ਟ੍ਰੇਨ ਦੇ ਵਿੱਚ ਜਾ ਰਹੇ ਹਾਂ, ਅਸੀਂ ਕੁਝ ਖਾਂਦੇ ਹਾਂ ਬਾਹਰ ਸੁੱਟ ਦਿੰਦੇ ਹਾਂ ਚੱਕ ਕੇ। ਈਵਨ ਪਲੇਟਫਾਰਮ ਦੇ ਉੱਤੇ ਜਦੋਂ ਗੱਡੀ ਖੜੀ ਹੁੰਦੀ ਆ ਉੱਥੋਂ ਵੀ ਅਸੀਂ ਖਾ ਕੇ ਉੱਥੇ ਸੁੱਟਦੇ ਰਹਿੰਦੇ ਹਾਂ ਨੀਚੇ। ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਜਿੰਨੀਆਂ ਜ਼ਿਆਦਾ ਅਸੀਂ ਚੀਜ਼ਾਂ ਜਿਹੜੀਆਂ ਨੇ ਇਸ ਤਰ੍ਹਾਂ ਖਾਣ ਪੀਣ ਦੀਆਂ ਬਾਹਰ ਸੁੱਟਾਂਗੇ ਤੇ ਉਸ ਨਾਲ ਚੂਹੇ ਜਿਹੜੀਆਂ ਜਨਸੰਖਿਆ ਵਧੂਗੀ ਤੇ ਚੂਹਿਆਂ ਦੀ ਜੇ ਜਨਸੰਖਿਆ ਵਧੂਗੀ ਤੇ ਰੇਲਵੇ ਲਾਈਨਾਂ ਦੇ ਥੱਲੇ ਖੱਡਾਂ ਬਣਾਉਣਗੇ ਤੇ ਉਸ ਦੇ ਨਾਲ ਰੇਲਵੇ ਐਕਸੀਡੈਂਟਸ ਹੋ ਸਕਦੇ ਨੇ। ਸੋ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ। ਬਹੁਤ ਖੂਬ ਮੈਡਮ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਬੜੀ ਵੱਡਮੁੱਲੀ ਜਾਣਕਾਰੀ ਸਾਡੇ ਪਾਠਕਾਂ ਦੇ ਨਾਲ ਸਾਂਝੀ ਕੀਤੀ। ਜੇ ਚੂਹਿਆਂ ਸੰਬੰਧੀ ਹੋਰ ਜਾਣਕਾਰੀ ਤੁਸੀਂ ਸੰਖੇਪ ਜਾਂ ਆਪਾਂ ਕਹੀਏ ਵਿਸਤਾਰ 'ਚ ਲੈਣੀ ਚਾਹੁੰਦੇ ਹੋ ਜਾਂ ਕੋਈ ਮੁਹਿੰਮ ਆਰੰਭ ਕਰਨੀ ਚਾਹੁੰਦੇ ਹੋ ਤੇ ਮੈਡਮ ਦੀ ਟੀਮ ਦੀਆਂ ਸੇਵਾਵਾਂ ਲੈਣੀਆਂ
ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਮੈਡਮ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਤੁਸੀਂ ਸਾਡੇ ਪਾਠਕਾਂ ਨਾਲ ਬੜੀ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ।